ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਮੈਂ ਹਾਂ ਗਗਨਦੀਪ ਸਿੰਘ ਤੇ ਖਾਸ ਮਸਲਿਆਂ ਦੇ ਉੱਤੇ ਚਰਚਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਹੇਗੀ। ਭਲਕੇ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਤੇ ਸੈਸ਼ਨ ਤੋਂ ਪਹਿਲਾਂ ਸਿਆਸੀ ਬਿਆਨਾਂ ਦੀ ਝੜੀ। ਇੱਕ ਦੂਜੇ ਦੇ ਉੱਤੇ ਸਿਆਸੀ ਬਿਆਨ ਕੁਝ ਅਜਿਹੇ ਨੇ ਕਿ ਸੱਤਾ ਧਿਰ ਦੇ 4 ਸਾਲਾਂ ਨੂੰ ਗਿਣਿਆ ਜਾ ਰਿਹਾ ਤੇ ਸੱਤਾ ਧਿਰ ਬਾਕੀ ਧਿਰਾਂ ਦੇ ਪਿਛਲੇ 10 ਸਾਲਾਂ ਨੂੰ ਗਿਣਾ ਰਹੀਆਂ ਨੇ। ਸੋ ਇਸ ਦੇ ਉੱਤੇ ਗੱਲਬਾਤ ਕਰਾਂਗੇ। ਦੇਸ਼ ਦੇ ਖੇਤੀਬਾੜੀ ਮੰਤਰੀ ਦੇ ਬਿਆਨ ਦੇ ਉੱਤੇ ਚਰਚਾ ਰਹੇਗੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਹੁਣ ਭਾਜਪਾ ਦੇ ਦੁਆਲੇ ਘੁੰਮਣ ਲੱਗੀਆਂ ਨੇ। ਇਸ ਤੇ ਵੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਰਹੇਗੀ। ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਇੱਕ ਕਰਕੇ ਵੱਡੇ ਮਸਲਿਆਂ ਦੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ। ਦੁਨੀਆ ਭਰ ਦੇ ਪੰਜਾਬੀਆਂ ਦਾ ਧੰਨਵਾਦ ਜੀ ਤੁਹਾਡਾ। ਡੱਲਾ ਜੀ, ਗੱਲ ਕਿਸਾਨ ਅੰਦੋਲਨ ਦੀ ਵੀ ਕਰਾਂਗੇ ਕਿਉਂਕਿ ਕਿਸਾਨ ਆਗੂਆਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਰਕੇਸ਼ ਟਕੈਤ ਹੋਣਾ ਦੇ ਬਿਆਨ ਦਾ, ਜਿਸ ਤਰ੍ਹਾਂ ਵੇਰਵਾ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਹੁਣ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਈਕਲ ਯਾਤਰਾ ਕਰਨਗੇ। ਉਸ ਦੇ ਉੱਤੇ ਚਰਚਾ ਕਰਾਂਗੇ। ਪਰ ਸਭ ਤੋਂ ਪਹਿਲਾਂ ਪੰਜਾਬ ਦੇ ਵਿਧਾਨ ਸਭਾ ਸੈਸ਼ਨ ਦੇ ਵੱਲ ਵਧੀਏ। ਭਲਕੇ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਜਾਣਾ, ਕੀ ਕੁਝ ਕੱਲ੍ਹ ਦੇ ਦਿਨ ਦੇ ਵਿੱਚ ਖਾਸ ਲੱਗ ਰਿਹਾ? ਕੀ ਕੁਝ ਹੋ ਸਕਦਾ ਵੱਡਾ ਕੱਲ੍ਹ ਦੇ ਦਿਨ 'ਚ? ਦੇਖੋ, ਜਿਹੜਾ ਇਹ ਵੀ ਵਿਧਾਨ ਸਭਾ ਦਾ ਸੈਸ਼ਨ ਹੈ ਨਾ, ਜਿਹੜਾ ਕੱਲ੍ਹ ਤੋਂ ਸ਼ੁਰੂ ਹੋਣਾ 1 ਮਾਰਚ ਤੋਂ ਜੀ। ਹਾਲਾਂਕਿ ਪਹਿਲੇ ਦਿਨ ਤਾਂ ਸਿਰਫ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਹੈ। ਇਹ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਗਗਨ, ਇਸ ਵਿਧਾਨ ਸਭਾ ਸੈਸ਼ਨ ਦੀ ਇੱਕ ਆਪਣੀ ਵੱਖਰੀ ਅਹਿਮੀਅਤ ਹੈ ਜੀ। ਖੇਤੀ ਕਾਨੂੰਨਾਂ ਨੂੰ ਲੈ ਕੇ, 3 ਖੇਤੀ ਕਾਨੂੰਨਾਂ ਨੂੰ ਲੈ ਕੇ। ਔਰ ਪਿਛਲੀ ਵਾਰੀ ਦੇਖੋ, ਮੈਂ ਵੇਖ ਰਿਹਾ ਸੀ ਅਕਤੂਬਰ 'ਚ ਜਦੋਂ ਵਿਧਾਨ ਸਭਾ ਦਾ ਸੈਸ਼ਨ ਸੀ, ਸਾਰੇ ਕਿਸਾਨ ਆਗੂ ਲਗਾਤਾਰ ਕੈਪਟਨ ਅਮਰਿੰਦਰ ਤੋਂ ਮੰਗ ਕਰ ਰਹੇ ਸੀ ਕਿ ਕੈਪਟਨ ਅਮਰਿੰਦਰ ਵਿਧਾਨ ਸਭਾ ਦਾ ਸੈਸ਼ਨ ਬੁਲਾਵੇ। ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਇਹ 3 ਖੇਤੀਬਾੜੀ ਕਾਨੂੰਨਾਂ ਨੂੰ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਰੱਦ ਕਰੋ, ਸੋਧ ਮਤਾ ਲਿਆਓ। ਉਹ ਹੋ ਗਿਆ। ਪਰ ਉਸ ਤੋਂ ਬਾਅਦ ਮੈਂ ਹੈਰਾਨ ਹਾਂ ਕਿ ਸਾਡੇ ਜਿਹੜੇ ਕਿਸਾਨ ਆਗੂ ਨੇ ਜਾਂ ਕਿਸਾਨ ਮੋਰਚੇ ਵਾਲੇ ਲੀਡਰ ਨੇ ਜਾਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ, ਮੈਂ ਕਈ ਵਾਰ ਆਪਣੇ ਪ੍ਰੋਗਰਾਮਾਂ 'ਚ ਵੀ ਜ਼ਿਕਰ ਕੀਤਾ ਕਿ ਪੰਜਾਬ ਦੀ ਵਿਧਾਨ ਸਭਾ ਦੀ ਇੱਕ ਵੱਖਰੀ ਅਹਿਮੀਅਤ ਹੈ। ਹਰ ਸੂਬੇ ਦੀ ਵਿਧਾਨ ਸਭਾ ਦੀ ਵੱਖਰੀ ਅਹਿਮੀਅਤ ਹੈ। ਡੈਮੋਕ੍ਰੇਸੀ 'ਚ, ਲੋਕਤੰਤਰ 'ਚ ਵਿਧਾਨ ਪਾਲਿਕਾ, ਕਾਰਜਪਾਲਿਕਾ ਦਾ ਆਪਣਾ ਆਪਣਾ ਮਹੱਤਵ ਹੈ। ਨਿਆਂਪਾਲਿਕਾ ਦਾ ਵੀ ਆਪਣਾ ਮਹੱਤਵ ਹੈ। ਹੁਣ ਵਿਧਾਨ ਸਭਾ 'ਚ ਜਿਹੜਾ ਕਾਨੂੰਨ ਬਣਿਆ, ਪੰਜਾਬ ਦੀ ਵਿਧਾਨ ਸਭਾ 'ਚ ਸੋਧ ਮਤੇ ਪਾਸ ਹੋਏ, ਬਿੱਲ ਪਾਸ ਹੋਏ। ਕਾਨੂੰਨ ਤਾਂ ਨਹੀਂ ਬਣੇ ਵੀ ਨਾ ਗਵਰਨਰ ਸਾਹਿਬ ਦੀ ਸਹੀ ਪਈ, ਨਾ ਰਾਸ਼ਟਰਪਤੀ ਦੀ। ਰਾਸ਼ਟਰਪਤੀ ਦੀ ਸਹੀ ਤਾਂ ਜ਼ਰੂਰੀ ਸੀ ਕਿਉਂਕਿ ਕੇਂਦਰ ਦੇ ਕਾਨੂੰਨਾਂ 'ਚ ਸੋਧ ਕੀਤੀ ਸੀ ਸੂਬੇ ਨੇ। ਇਸ ਕਰਕੇ ਗਵਰਨਰ ਨੇ ਸਹੀ ਪਾ ਕੇ ਉਹਨਾਂ ਨੂੰ ਭੇਜਣਾ ਸੀ ਰਾਸ਼ਟਰਪਤੀ ਨੂੰ, ਉਹ ਉਹਨਾਂ ਨੇ ਨਹੀਂ ਭੇਜਿਆ। ਪਰ ਆਮ ਤੌਰ ਤੇ ਪੰਜਾਬ ਦੀ ਵਿਧਾਨ ਸਭਾ 'ਚ ਕੋਈ ਵੀ ਖੇਤੀਬਾੜੀ ਨਾਲ ਸੰਬੰਧਿਤ ਅਗਰ ਬਿੱਲ ਪਾਸ ਹੁੰਦਾ ਹੈ ਤੇ ਗਵਰਨਰ ਉਹਦੇ ਤੇ ਸਹੀ ਪਾ ਦਿੰਦੇ ਨੇ ਤੇ ਉਹ ਕਾਨੂੰਨ ਬਣ ਜਾਂਦਾ। ਪਰ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਸੋਧ ਮਤਿਆਂ ਨੂੰ ਲੈ ਕੇ ਕੋਈ ਵੱਡੀ ਮੰਗ ਨਹੀਂ ਕੀਤੀ। ਨਾ ਤਾਂ ਕੇਂਦਰ ਦੇ ਮੰਤਰੀਆਂ ਨਾਲ ਜਦੋਂ 10-11 ਦੌਰ ਦੀ ਬੈਠਕ ਹੋਈ ਹੈ, ਕਦੀ ਨਹੀਂ ਮੈਂ ਸੁਣਿਆ ਕਿ ਇਹਨਾਂ ਨੇ ਪ੍ਰੈਸ ਕਾਨਫਰੰਸ 'ਚ ਮੰਗ ਕੀਤੀ ਹੋਵੇ ਕੇਂਦਰ ਸਰਕਾਰ ਤੋਂ ਕਿ ਪੰਜਾਬ ਦੀ ਵਿਧਾਨ ਸਭਾ 'ਚ ਜਿਹੜੇ ਮਤੇ ਸਾਡੇ ਪਾਸ ਹੈ, ਸਾਡੀ ਮੰਗ ਹੈ ਵੀ ਕੇਂਦਰ ਉਹਦੇ 'ਚ ਵੀ ਦਖਲ ਦੇਵੇ ਤੇ ਉਹ ਸਾਡੇ ਕਾਨੂੰਨ ਬਣਵਾਓ ਜੀ। ਹੁਣ ਵਿਧਾਨ ਸਭਾ ਦਾ ਸੈਸ਼ਨ ਅਹਿਮੀਅਤ ਕਿਉਂ ਰੱਖਦਾ? ਇਹਦਾ ਮਤਲਬ ਇਹ ਹੋ ਗਿਆ ਕਿ ਪਹਿਲਾਂ ਜਿਹੜੀ ਮੰਗ ਸੀ ਕਿਸਾਨ ਜਥੇਬੰਦੀਆਂ ਦੀ ਔਰ ਵਿਰੋਧੀ ਧਿਰਾਂ ਦੀ, ਆਮ ਆਦਮੀ ਪਾਰਟੀ ਵਾਲੇ ਵੀ ਕੈਪਟਨ ਅਮਰਿੰਦਰ ਨੂੰ ਕਹੀ ਜਾ ਰਹੇ ਸੀ ਵੀ ਕੈਪਟਨ ਅਮਰਿੰਦਰ ਸਿੰਘ ਨੇ ਜੇ ਵਿਧਾਨ ਸਭਾ ਦਾ ਸੈਸ਼ਨ ਨਾ ਬੁਲਾਇਆ ਤੇ ਅਸੀਂ ਅੰਦੋਲਨ ਕਰ ਦਿਆਂਗੇ, ਵੀ ਕੈਪਟਨ ਅਮਰਿੰਦਰ ਨੂੰ ਮਜਬੂਰ ਕਰ ਦਿਆਂਗੇ ਵੀ ਇਹ ਵਿਧਾਨ ਸਭਾ ਦਾ ਸੈਸ਼ਨ ਸੱਦੂ। ਇਹ ਕਹਿੰਦੇ ਸੀ ਕੈਪਟਨ ਡਰਦਾ ਵਿਧਾਨ ਸਭਾ ਦਾ ਸੈਸ਼ਨ ਨਹੀਂ ਸੱਦਦਾ। ਕਈ ਵਿਰੋਧੀ ਧਿਰਾਂ ਵਾਲੇ ਕਹਿੰਦੇ ਸੀ ਵੀ ਕੈਪਟਨ ਬੀਜੇਪੀ ਨਾਲ ਰਲਿਆ ਹੋਇਆ ਵਿਧਾਨ ਸਭਾ ਦਾ ਸੈਸ਼ਨ ਨਹੀਂ ਸੱਦਦਾ। ਜਦੋਂ ਕੈਪਟਨ ਨੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ, ਮਤੇ ਲਿਆਂਦੇ, ਸੋਧ ਮਤੇ ਲਿਆਂਦੇ, ਉਦੋਂ ਸਮਰਥਨ ਕੀਤਾ ਅਕਾਲੀ ਦਲ ਨੇ ਵੀ, ਆਪ ਵਾਲਿਆਂ ਨੇ ਵੀ। ਬੀਜੇਪੀ ਵਾਲੇ 2 ਵਿਧਾਇਕ ਸੀ, ਉਹ ਤਾਂ ਆਏ ਨਹੀਂ। ਤੇ ਜਦੋਂ ਇਹਨਾਂ ਨੇ ਸਮਰਥਨ ਕਰਤਾ ਤੇ ਗਵਰਨਰ ਕੋਲੇ ਵੀ ਗਏ, ਉਦੋਂ ਨਾਲ ਸੀ ਇਹ ਕੈਪਟਨ ਦੇ ਵੀ ਅਸੀਂ ਕਿਸਾਨ ਦੇ ਹਿੱਤਾਂ 'ਚ ਖੜੇ ਹਾਂ, ਕਹਿੰਦੇ ਆਪ ਵਾਲੇ ਵੀ ਅਕਾਲੀ ਦਲ ਵਾਲੇ ਵੀ। ਅਗਲੇ ਇੱਕ ਦਿਨ ਇਹਨਾਂ ਦਾ ਯੂ ਟਰਨ ਹੋ ਗਿਆ, ਜਿਵੇਂ ਕੇਜਰੀਵਾਲ ਮਾਰਦਾ ਰਿਹਾ ਪਹਿਲਾਂ ਜੀ। ਅਗਲੇ ਦਿਨ ਕਹਿੰਦੇ ਕੈਪਟਨ ਅਮਰਿੰਦਰ ਨੇ ਤਾਂ ਧੋਖਾ ਕਰਤਾ, ਗੁੰਮਰਾਹ ਕਰਤਾ। ਹੁਣ ਸਵਾਲ ਇਹ ਹੈ ਕਿ ਪੰਜਾਬ ਦੀ ਵਿਧਾਨ ਸਭਾ ਜਿਹੜੀ ਹੈ ਉਹ ਇੱਕ ਮਰਿਆਦਿਤ ਸੰਸਥਾ ਹੈ, ਇੱਕ ਅਜਿਹੀ ਸੰਸਥਾ ਹੈ ਜਿਹੜੀ ਆਪ ਕਾਨੂੰਨ ਬਣਾਉਂਦੀ ਹੈ ਜੀ। ਕਨਸਟੀਟਿਊਸ਼ਨਲ ਸਾਡਾ ਐਡਾ ਵੱਡਾ ਸੰਸਥਾ ਉਹ ਆਪ ਕਾਨੂੰਨ ਬਣਾਉਂਦੀ ਹੈ। ਸੋ ਉਹਦੇ ਤੇ ਜਿਹੜੇ ਕਾਨੂੰਨ ਨੇ ਉਹ ਬੜੀ ਗੰਭੀਰਤਾ ਦੇ ਨਾਲ ਜਿਹੜੇ ਸੋਧ ਮਤੇ ਆਏ ਨੇ ਉਹਨਾਂ ਤੇ ਵਿਚਾਰ ਹੋਣਾ ਚਾਹੀਦਾ ਪੋਲੀਟੀਕਲ ਪਾਰਟੀਆਂ ਨੂੰ। ਔਰ ਹੁਣ ਹੋਣਾ ਕੀ ਹੈ, ਦੇਖੋ ਨਿਯਮ ਇਹ ਕਹਿੰਦੇ ਨੇ ਕਿ ਇੱਕ ਵਾਰ ਅਗਰ ਗਵਰਨਰ ਕਿਸੇ ਬਿੱਲ ਨੂੰ ਪਾਸ ਨਾ ਕਰੇ, ਸਰਕਾਰ ਨੂੰ ਮੋੜ ਦੇ, ਤੇ ਸਰਕਾਰ ਫਿਰ ਉਹਨੂੰ ਪਾਸ ਕਰਕੇ ਭੇਜੇ ਤੇ ਗਵਰਨਰ ਲਈ ਲਾਜ਼ਮੀ ਹੋ ਜਾਂਦਾ ਸਹੀ ਲਾਉਣਾ ਜੀ। ਕੀ ਇਸ ਕੇਸ 'ਚ ਵੀ ਲਾਜ਼ਮੀ ਹੈ? ਇਹ ਇੱਕ ਕਾਨੂੰਨੀ ਵਿਸ਼ਾ। ਪਰ ਕੈਪਟਨ ਅਮਰਿੰਦਰ ਗਗਨ ਇਸ ਵਿਧਾਨ ਸਭਾ ਸੈਸ਼ਨ 'ਚ ਫਿਰ ਲੈ ਕੇ ਆਉਣਗੇ ਕਾਨੂੰਨ। ਹੁਣ ਸਥਿਤੀ ਨਹੀਂ ਸਪਸ਼ਟ ਕੀਤੀ, ਨਾ ਆਮ ਆਦਮੀ ਪਾਰਟੀ ਵਾਲਿਆਂ ਨੇ, ਨਾ ਅਕਾਲੀ ਦਲ ਵਾਲੇ ਨੇ। 3 ਖੇਤੀ ਕਾਨੂੰਨਾਂ ਤੇ ਨਾ ਆਪ ਵਾਲੇ ਗੱਲ ਕਰ ਰਹੇ ਨੇ, ਨਾ ਅਕਾਲੀ ਦਲ ਵਾਲੇ ਗੱਲ ਕਰ ਰਹੇ ਨੇ। ਇਹ ਸਿਰਫ ਬਜਟ ਸੈਸ਼ਨ ਤੇ ਲੱਗੇ ਨੇ ਕਿ ਬਜਟ ਸੈਸ਼ਨ ਦਾ ਕੁਝ ਨਹੀਂ ਨਿਕਲਣਾ, ਕੈਪਟਨ ਅਮਰਿੰਦਰ ਨੇ ਵਾਅਦੇ ਨਹੀਂ ਪੂਰੇ ਕੀਤੇ, 4 ਸਾਲ ਕੈਪਟਨ ਅਮਰਿੰਦਰ ਨੇ ਕੁਝ ਨਹੀਂ ਕੀਤਾ।
ਜਦਕਿ ਕਿਸਾਨ ਮਸਲਿਆਂ ਤੇ ਅਕਾਲੀ ਦਲ ਨੂੰ ਵੀ ਹੁਣ ਗੱਲ ਕਰਨੀ ਚਾਹੀਦੀ ਤੇ ਆਮ ਆਦਮੀ ਪਾਰਟੀ ਨੂੰ ਵੀ। ਜੀ ਇਹ ਦੋਵੇਂ ਪਾਰਟੀਆਂ, ਹੁਣ ਬੀਬੀ ਹਰਸਿਮਰਤ ਕੌਰ ਬਾਦਲ ਦਾ ਮੈਂ ਬਿਆਨ ਸੁਣਦਾ ਸੀ, ਕਹਿੰਦੀ ਕੈਪਟਨ ਨੇ 4 ਸਾਲ 'ਚ ਕੀਤਾ ਹੀ ਕੁਛ ਨਹੀਂ ਪੰਜਾਬ 'ਚ। ਜੀ ਤੇ ਬੀਬੀ ਹਰਸਿਮਰਤ ਕੌਰ ਬਾਦਲ ਆਪਣਾ ਹਿਸਾਬ ਨਹੀਂ ਉਹਨਾਂ ਨੇ ਦੱਸਿਆ ਵੀ 5 ਸਾਲ ਪਹਿਲਾਂ ਵੀ ਉਹ ਮੰਤਰੀ ਰਹੇ, ਫੂਡ ਪ੍ਰੋਸੈਸਿੰਗ ਮੰਤਰੀ, ਤੇ ਹੁਣ ਵੀ ਅੱਜ ਦਰ ਅਸਤੀਫਾ ਨਹੀਂ ਸੀ ਦਿੱਤਾ। ਜੀ ਵੀ ਤੁਸੀਂ ਆਪਣਾ ਰਿਪੋਰਟ ਕਾਰਡ ਮੀਡੀਆ 'ਚ ਨਾਲ ਦੇ ਦਿਓ, ਫਿਰ ਕਹੋ ਵੀ ਕੈਪਟਨ ਅਮਰਿੰਦਰ ਨੇ ਕੁਛ ਨਹੀਂ ਕੀਤਾ ਤੇ ਮੈਂ ਆਹ ਕੁਛ ਕੀਤਾ, ਮੇਰਾ ਕੰਮ ਹੈ। ਇੰਨੇ ਫੂਡ ਪ੍ਰੋਸੈਸਿੰਗ ਉਦਯੋਗ ਲਾਤੇ ਪੰਜਾਬ 'ਚ, ਪਤਾ ਲੱਗ ਜਾਂਦਾ। ਬਿਲਕੁਲ। ਇਸ ਕਰਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਨਾ, ਉਹ ਇੱਕ ਦੂਜੇ ਤੇ ਇਲਜ਼ਾਮਬਾਜ਼ੀਆਂ ਜ਼ਿਆਦਾ। ਆ ਭਗਵੰਤ ਮਾਨ ਵੀ ਮੈਂ ਸੁਣ ਰਿਹਾ ਸੀ, ਭਗਵੰਤ ਮਾਨ ਕਹਿੰਦਾ ਕੈਪਟਨ ਨੇ 4 ਸਾਲ 'ਚ ਕੁਛ ਨਹੀਂ ਕੀਤਾ, ਇਹ ਸੈਸ਼ਨ 'ਚ ਕੀ ਹੋਣਾ। ਜੀ ਇਹ ਸਿਰਫ ਪੋਲੀਟੀਕਲ ਤੌਰ ਤੇ ਰਹਿ ਗਿਆ, ਪਰ ਅਸਲ 'ਚ ਮਸਲਾ ਕੀ ਹੈ? ਅਸਲ ਮਸਲਾ 3 ਖੇਤੀ ਕਾਨੂੰਨਾਂ ਦਾ। ਹੁਣ ਇਹ 3 ਖੇਤੀ ਕਾਨੂੰਨਾਂ 'ਚ ਕੀ ਕੈਪਟਨ ਅਮਰਿੰਦਰ ਨਵੇਂ ਸਿਰੇ ਤੋਂ ਸੋਧ ਮਤੇ ਲਿਆਊਗਾ? ਅਗਰ ਲਿਆਉਂਦਾ ਹੈ, ਇਸ ਵਾਰ ਅਕਾਲੀ ਦਲ ਦਾ ਰੁਖ ਕੀ ਹੋਊਗਾ, ਇਸ ਵਾਰ ਆਮ ਆਦਮੀ ਪਾਰਟੀ ਦਾ ਰੁਖ ਕੀ ਹੋਊਗਾ? ਪਿਛਲੀ ਵਾਰੀ ਤਾਂ ਇਹਨਾਂ ਨੇ ਸਮਰਥਨ ਕਰਤਾ ਸੀ, ਜੀ ਬਾਅਦ 'ਚ ਵਿਰੋਧ ਕਰਤਾ ਸੀ। ਲੈ ਹੁਣ ਵਿਧਾਨ ਸਭਾ 'ਚ ਪਤਾ ਲੱਗੂਗਾ ਗਗਨ, ਜਦੋਂ ਕੈਪਟਨ ਅਮਰਿੰਦਰ ਨੇ ਸੋਧ ਮਤੇ ਲਿਆਂਦੇ 3 ਖੇਤੀ ਕਾਨੂੰਨਾਂ ਦੇ। ਲਾਈਵ ਲਿੰਕ ਕੈਪਟਨ ਅਮਰਿੰਦਰ ਦਾ ਵਿਧਾਨ ਸਭਾ 'ਚੋਂ ਬਾਹਰ ਆਉਣਾ ਵੀ ਚਲਾਓ ਟੈਲੀਵਿਜ਼ਨਾਂ ਤੇ, ਸੋਸ਼ਲ ਵੈਬਸਾਈਟਾਂ ਤੇ। ਜਦੋਂ ਕੈਪਟਨ ਅਮਰਿੰਦਰ ਔਰ ਨਵਜੋਤ ਸਿੰਘ ਸਿੱਧੂ ਇਹ ਸਾਰੇ ਦੇਣਗੇ ਭਾਸ਼ਣ, ਜੀ ਫਿਰ ਅਕਾਲੀ ਦਲ ਦਾ ਸਟੈਂਡ ਕੀ ਰਹਿੰਦਾ 3 ਖੇਤੀ ਕਾਨੂੰਨਾਂ ਤੇ ਆਮ ਆਦਮੀ ਪਾਰਟੀ ਦਾ ਕੀ ਰਹਿੰਦਾ, ਇਹ ਸਾਡੇ ਸਾਹਮਣੇ ਆਊਗਾ। ਮੈਂ ਕਾਂਗਰਸ ਦਾ ਸਮਰਥਕ ਨਹੀਂ, ਮੈਂ ਵਿਧਾਨ ਸਭਾ ਦਾ ਸਮਰਥਕ ਹਾਂ, ਮੈਂ ਪੰਜਾਬ ਦਾ ਸਮਰਥਕ ਹਾਂ। ਵਿਧਾਨ ਸਭਾ ਦਾ ਸਮਰਥਕ ਹੀ ਹਾਂ ਵੀ ਵਿਧਾਨ ਸਭਾ 'ਚ ਇਹਨਾਂ 3 ਖੇਤੀ ਕਾਨੂੰਨਾਂ ਤੇ ਪੰਜਾਬ 'ਚ ਬੜੀ ਗਹਿਰਾਈ ਨਾਲ ਗੱਲ ਹੋਣੀ ਚਾਹੀਦੀ ਹੈ। ਜਿਹੜੇ ਲੋਕਾਂ ਨੂੰ ਪੰਜਾਬ ਦਿਆਂ ਨੂੰ ਹਜੇ ਬਹੁਤੀ ਚੰਗੀ ਤਰ੍ਹਾਂ ਨਹੀਂ ਜਾਣਕਾਰੀ ਆਈ, ਉਹਨਾਂ ਨੂੰ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਇਹ 3 ਖੇਤੀ ਕਾਨੂੰਨਾਂ ਤੇ ਸੂਬੇ ਦੇ ਸੋਧ ਬਿੱਲਾਂ ਦਾ ਮਤਲਬ ਕੀ ਹੈ ਔਰ ਸੂਬੇ ਦੇ ਸੋਧ ਬਿੱਲਾਂ ਦੀ ਮਹੱਤਤਾ ਕੀ ਹੈ ਅਗਰ ਰਾਸ਼ਟਰਪਤੀ ਦਸਤਖਤ ਕਰ ਦਿੰਦੇ ਨੇ। ਮੈਂ ਦਾਅਵੇ ਨਾਲ ਕਹਿ ਸਕਦਾ, ਅਗਰ ਰਾਸ਼ਟਰਪਤੀ, ਦੇਖੋ 3 ਖੇਤੀ ਕਾਨੂੰਨਾਂ ਦਾ ਮਾਮਲਾ ਤਾਂ ਅੜਿਆ ਪਿਆ, ਉਹ ਪਤਾ ਨਹੀਂ ਕੇਂਦਰ ਨੇ ਰੱਦ ਕਰਨੇ ਆ ਜਾਂ ਨਹੀਂ ਕਰਨੇ। ਕਿਸਾਨ ਕਹਿੰਦੇ ਅਸੀਂ ਕਰਾ ਕੇ ਹਟਾਂਗੇ, ਕੇਂਦਰ ਕਹਿੰਦੇ ਸੋਧਾਂ ਕਰਾ ਲਓ। ਉਹ ਤਾਂ ਇੱਕ ਵੱਖਰਾ ਵਿਸ਼ਾ ਹੋ ਗਿਆ, ਬਿਲਕੁਲ, ਉਹ ਤਾਂ ਅੰਦੋਲਨ ਇੱਕ ਵੱਖਰਾ ਵਿਸ਼ਾ ਹੋ ਗਿਆ। ਪਰ ਅਗਰ ਸੂਬੇ ਦੇ 3 ਖੇਤੀ ਕਾਨੂੰਨ ਆ ਜਿਹੜੇ ਸੂਬੇ ਨੇ ਸੋਧ ਮਤੇ ਪਾਏ ਨੇ, ਅਗਰ ਇਹ ਲਾਗੂ ਹੋ ਜਾਣਗੇ ਤਾਂ ਕੀ ਫਾਇਦੇ ਹੋਣਗੇ, ਸਾਨੂੰ ਇਹਦੇ ਤੇ ਵਿਚਾਰ ਹੋਣੀ ਚਾਹੀਦੀ ਹੈ। ਕਿਸਾਨ ਜਥੇਬੰਦੀਆਂ ਇਹਨਾਂ ਸੋਧ ਮਤਿਆਂ ਤੇ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਕਰਨ। ਜਿਹੜੇ ਕੈਪਟਨ ਅਮਰਿੰਦਰ ਨੇ ਸੋਧ ਮਤੇ ਪਾਏ ਨੇ, 3 ਸਾਲ ਦੀ ਸਜ਼ਾ ਦਾ ਪ੍ਰੋਵੀਜ਼ਨ ਆਇਆ ਹੈ, ਉਹ ਵੀ ਤਾਂ ਕਿਸਾਨਾਂ ਦੇ ਹੱਕ ਦਾ। ਬਿਲਕੁਲ, ਮਤਲਬ ਕਿ ਅਸੀਂ ਕਿਸਾਨ ਜਥੇਬੰਦੀਆਂ ਦੀ, ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ। ਮੈਂ ਸਾਰਾ ਕੁਝ ਉਹਨਾਂ ਦਾ ਮੈਂ ਦੇਖਦਾ, ਮੈਂ ਕਿਉਂਕਿ ਉਹ ਕਿਸਾਨਾਂ ਦੇ ਮਸਲੇ 'ਚ ਖੜੀਆਂ ਨੇ ਤੇ ਚਲੋ ਠੀਕ ਹੈ, ਅਸੀਂ ਕਿੰਤੂ ਪਰੰਤੂ ਨਹੀਂ ਕਰਦੇ, ਪਰ ਇਹ ਕਿੰਤੂ ਪਰੰਤੂ ਤਾਂ ਬਣਦਾ ਨਾ ਕਿਸਾਨ ਜਥੇਬੰਦੀਆਂ ਤੇ ਕਿ ਪੰਜਾਬ ਦੀ ਵਿਧਾਨ ਸਭਾ ਦੇ ਕਾਨੂੰਨਾਂ ਦੀ ਉਹਨਾਂ ਨੇ ਗੱਲ ਹੀ ਨਹੀਂ ਕੀਤੀ। ਬਿਲਕੁਲ, ਬਹੁਤ ਸਾਰੇ ਲੋਕ ਸਵਾਲ ਖੜੇ ਕਰਦੇ ਨੇ, ਇਹਦਾ ਜਵਾਬ ਕਿਸਾਨ ਜਥੇਬੰਦੀਆਂ ਨੂੰ ਦੇਣਾ ਚਾਹੀਦਾ ਵੀ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀ ਵਿਧਾਨ ਸਭਾ ਵਾਲੇ 3 ਖੇਤੀ ਕਾਨੂੰਨਾਂ ਦੀ ਗੱਲ ਕਿਉਂ ਨਹੀਂ ਕੀਤੀ ਭਾਈ? ਮੰਤਰੀਆਂ ਨਾਲ ਗੱਲਬਾਤ 'ਚ ਉਹ ਵਿਸ਼ਾ ਕਿਉਂ ਨਹੀਂ ਆਇਆ? ਸਿੰਘੂ ਦੇ ਬਾਰਡਰ ਤੋਂ ਐਡੇ ਐਡੇ ਭਾਸ਼ਣ ਹੁੰਦੇ ਨੇ, ਪੰਜਾਬ ਦੀ ਵਿਧਾਨ ਸਭਾ ਦੇ ਕਾਨੂੰਨਾਂ ਦਾ ਭਾਸ਼ਣ ਕਿਉਂ ਨਹੀਂ ਹੁੰਦਾ? ਔਰ ਪਹਿਲਾਂ ਕੀ ਕਹਿੰਦੇ ਸੀ ਕਿਸਾਨ ਲੀਡਰ? ਕਈ ਕਿਸਾਨ ਲੀਡਰ ਪਹਿਲਾਂ ਕਹਿੰਦੇ ਸੀ ਵੀ ਕੈਪਟਨ ਅਮਰਿੰਦਰ ਵਿਧਾਨ ਸਭਾ 'ਚ ਪਾਸ ਕਰ ਦੇ ਇੱਕ ਵਾਰੀ ਸੋਧ ਮਤੇ, ਬਾਕੀ ਅਸੀਂ ਆਪ ਦੇਖ ਲਾਂਗੇ। ਬਿਲਕੁਲ, ਉਹ ਆਪ ਦੇਖਿਆ ਨਹੀਂ। ਦੇਖੋ, ਨਿਰਪੱਖਤਾ ਸਭ ਤੋਂ ਵੱਡਾ ਧਰਮ ਹੁੰਦਾ ਹੈ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਨਿਰਪੱਖਤਾ ਦੇ ਨਾਲ ਗੱਲ ਕਰਾਂ। ਜਿੱਥੇ ਮੇਰੀ ਵੀ ਗਲਤੀ ਹੋਊਗੀ, ਮੈਂ ਹੱਥ ਜੋੜ ਕੇ ਮਾਫੀ ਮੰਗ ਲੂੰਗਾ ਵੀ ਗਲਤੀ ਹੋ ਗਈ। ਬਿਲਕੁਲ, ਪਰ ਕਿਸਾਨ ਜਥੇਬੰਦੀਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ। ਵਿਧਾਨ ਸਭਾ ਇੱਕ ਬਹੁਤ ਵੱਡਾ ਅਦਾਰਾ ਹੁੰਦਾ ਹੈ ਔਰ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ, ਹੁਣ ਤੁਸੀਂ ਦੇਖੋ ਗੱਲਾਂ ਆ ਰਹੀਆਂ ਨੇ ਕਿ ਵਿਧਾਨ ਸਭਾ ਕੋਈ ਟੈਕਸ ਨਹੀਂ ਲਾਊ ਇਸ ਵਾਰ ਸਰਕਾਰ। ਇਹਦਾ ਮਤਲਬ ਹੈ ਜੇ ਸਰਕਾਰ ਟੈਕਸ ਲਾਉਂਦੀ ਹੈ ਤੇ ਅਸੀਂ ਪਾਬੰਦ ਹਾਂ। ਬਿਲਕੁਲ, ਤੇ ਜੇ ਖੇਤੀ ਕਾਨੂੰਨਾਂ ਤੇ ਵਿਧਾਨ ਸਭਾ ਕਾਨੂੰਨ ਬਣਾਊਗੀ ਤਾਂ ਵੀ ਸਾਰੇ ਪਾਬੰਦ ਰਹਿਣਗੇ। ਬਿਲਕੁਲ। ਦੂਸਰਾ, ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਮਤਾ ਲਿਆਊਗਾ, ਸੋਧ ਮਤਾ ਨਵੇਂ ਸਿਰੇ ਤੋਂ, ਔਰ ਅਗਰ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਵਾਲੇ ਇਸ ਵਾਰ ਉਹਦਾ ਸਮਰਥਨ ਨਹੀਂ ਕਰਨਗੇ ਤੇ ਕੈਪਟਨ ਅਮਰਿੰਦਰ ਨੇ ਤਾਂ ਫਿਰ ਵੀ ਪਾਸ ਕਰਾ ਲੈਣੇ ਜੀ। ਔਰ ਜੇ ਕੈਪਟਨ ਅਮਰਿੰਦਰ ਇਹ ਸੋਧ ਮਤੇ ਪਾਸ ਕਰਕੇ ਅਗਰ ਦੁਬਾਰਾ ਗਵਰਨਰ ਕੋ ਭੇਜਦੇ ਨੇ, ਗਵਰਨਰ ਸਾਹਿਬ ਸਹੀ ਨਹੀਂ ਪਾਉਂਦੇ, ਰਾਸ਼ਟਰਪਤੀ ਕੋਲੇ ਨਹੀਂ ਭੇਜਦੇ, ਤੇ ਮੈਨੂੰ ਪੂਰਾ ਭਰੋਸਾ ਹੈ ਕੈਪਟਨ ਅਮਰਿੰਦਰ ਇਸ ਗੱਲ ਨੂੰ ਆਧਾਰ ਬਣਾ ਕੇ ਸੁਪਰੀਮ ਕੋਰਟ ਜਾਣਗੇ। ਔਰ ਕੁਝ ਦਿਨ ਪਹਿਲਾਂ ਦੇਖੋ ਸਾਰੇ ਲੀਡਰਾਂ ਨੇ ਬਿਆਨ ਦਿੱਤੇ ਸੀ ਵੀ ਕੈਪਟਨ ਕਹਿੰਦਾ ਸੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ, ਅਸੀਂ ਸੁਪਰੀਮ ਕੋਰਟ 'ਚ ਜਾਵਾਂਗੇ, ਤੇ ਕੈਪਟਨ ਨੇ ਕੀਤਾ ਕੁਛ ਨਹੀਂ। ਅਲਾ ਉਹਦਾ ਆਧਾਰ ਤਿਆਰ ਹੋ ਜਾਣਾ ਵਿਧਾਨ ਸਭਾ ਸੈਸ਼ਨ 'ਚ। ਬਿਲਕੁਲ, ਅਗਰ ਵਿਧਾਨ ਸਭਾ 'ਚ ਕੈਪਟਨ ਦੁਬਾਰਾ ਸੋਧ ਮਤੇ ਲਿਆਉਂਦੇ ਨੇ, ਕਾਨੂੰਨ ਰੱਦ ਕਰਦੇ ਨੇ, ਨਵੇਂ ਸੋਧ ਮਤਿਆਂ ਨਾਲ ਬਿੱਲ ਪਾਸ ਕਰ ਦਿੰਦੇ ਨੇ, ਵਿਧਾਨ ਸਭਾ 'ਚ ਮਤੇ ਆਉਣਗੇ, ਬਿੱਲ ਆਉਣਗੇ ਔਰ ਪਾਸ ਹੋਣਗੇ, ਗਵਰਨਰ ਸਹੀ ਕਰਨਗੇ, ਰਾਸ਼ਟਰਪਤੀ ਸਹੀ ਪਾਉਣਗੇ ਤਾਂ ਕਾਨੂੰਨ ਬਣ ਜਾਣਗੇ ਜਿਹੜੇ ਤਾਂ ਕੇਂਦਰ ਨਾਲ ਜੁੜੇ ਸੋਧ ਮਤੇ ਹੈ। ਅਗਰ ਕੈਪਟਨ ਅਮਰਿੰਦਰ ਕੇਂਦਰ ਦੇ ਕਾਨੂੰਨਾਂ ਤੋਂ ਇਲਾਵਾ ਕੋਈ ਆਪਣਾ ਕਾਨੂੰਨ ਲਿਆਉਂਦੇ ਨੇ ਤੇ ਫਿਰ ਉਹ ਗਵਰਨਰ ਨੇ ਸਹੀ ਪਾ ਦੇਣੀ ਹੈ, ਕਿਉਂਕਿ ਉਹ ਵਿਸ਼ਾ ਵਸਤੂ ਹੀ ਗਵਰਨਰ ਤੱਕ ਦੀ ਹੈ।
ਅਗਰ ਉਹ 'ਚ ਵੀ ਗਵਰਨਰ ਸਹੀ ਨਹੀਂ ਪਾਉਂਦੇ ਤਾਂ ਵੀ ਸੁਪਰੀਮ ਕੋਰਟ ਤੱਕ ਜਾਣ ਦਾ ਰਾਹ ਹੈਗਾ ਕੈਪਟਨ ਅਮਰਿੰਦਰ ਕੋਲੇ। ਸੋ ਇਸ ਕਰਕੇ ਇਹ ਵਿਧਾਨ ਸਭਾ ਦਾ ਸੈਸ਼ਨ ਕੈਪਟਨ ਅਮਰਿੰਦਰ 3 ਖੇਤੀ ਕਾਨੂੰਨਾਂ ਦੇ ਮਾਮਲੇ ਦੇ ਉੱਤੇ ਅੱਗੇ ਵਧਾਉਣਗੇ, ਮੈਨੂੰ ਇਹ ਲੱਗਦਾ ਹੈ। ਔਰ ਕੈਪਟਨ ਅਮਰਿੰਦਰ ਨੇ ਪਾਣੀਆਂ ਦੇ ਮਸਲੇ ਤੇ ਵੀ ਦੇਖੋ, ਵਾਟਰ ਟਰਮੀਨੇਸ਼ਨ ਐਕਟ ਸੀ 2004 ਜੀ, ਪਾਣੀਆਂ ਦੇ ਸਮਝੌਤੇ ਤੋੜੇ ਸੀ, ਭਾਵੇਂ ਸੁਪਰੀਮ ਕੋਰਟ ਨੇ ਉਹ ਗੈਰ ਕਾਨੂੰਨੀ ਦਿੱਤੇ ਬਾਅਦ 'ਚ, ਪਰ ਇੱਕ ਵਾਰੀ ਉਹਦੇ ਨਾਲ ਪੰਜਾਬ ਦੇ ਵਿੱਚ ਇੱਕ ਤਾਕਤ ਆਈ। ਬਿਲਕੁਲ। ਹੁਣ ਪੰਜਾਬ 'ਚ ਕੈਪਟਨ ਅਮਰਿੰਦਰ ਨਵੇਂ ਖੇਤੀ ਕਾਨੂੰਨ ਵੀ ਬਣਾ ਸਕਦੇ ਨੇ, ਮੈਨੂੰ ਆਸ ਹੈ। ਸਿੱਧੂ ਨਾਲ ਹੈ, ਹੁਣ ਤਾਂ ਹਰੀਸ਼ ਰਾਵਤ ਨਾਲ ਨੇ, ਸੋਨੀਆ ਗਾਂਧੀ ਨਾਲ ਮੀਟਿੰਗਾਂ ਹੋਈਆਂ ਨੇ। ਇਹ ਸਬਜ਼ੀਆਂ ਤੇ MSP ਲਾ ਸਕਦੇ ਆ, ਇਸੇ ਸੈਸ਼ਨ 'ਚ ਕੈਪਟਨ ਅਮਰਿੰਦਰ ਲਿਆ ਸਕਦੇ ਬਿਲਕੁਲ ਕਿ ਅਸੀਂ 2-4 ਸਬਜ਼ੀਆਂ ਤੇ MSP ਲਾ ਕੇ ਤਜਰਬਾ ਕਰਦੇ ਹਾਂ। ਸੂਬੇ ਵੱਲੋਂ ਸੂਬੇ ਦਾ ਕਾਨੂੰਨ ਬਣਾਉਣਗੇ। ਔਰ ਇਹ ਵੀ ਹੋ ਸਕਦਾ ਹੈ ਕਿ ਕੰਟਰੈਕਟ ਫਾਰਮਿੰਗ ਦੇ ਜਿਹੜੇ ਪੁਰਾਣੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰ ਦੇਣ। ਸੋ ਇਹ ਵਿਧਾਨ ਸਭਾ ਸੈਸ਼ਨ ਬੜਾ ਅਹਿਮੀਅਤ ਰੱਖਦਾ ਹੈ, ਬੜੀ ਇੰਪੋਰਟੈਂਸ ਰੱਖਦਾ ਹੈ। ਰੁੱਖ ਦੇਖਣ ਵਾਲਾ ਹਜੇ ਤੱਕ ਹੋਊਗਾ ਅਕਾਲੀ ਦਲ ਦਾ ਤੇ ਆਮ ਆਦਮੀ ਪਾਰਟੀ ਦਾ, ਕਿਉਂਕਿ ਮੇਰਾ ਇਹ ਓਪੀਨੀਅਨ ਹੈ ਕਿ ਜਦੋਂ ਸੂਬੇ ਦੇ ਵਿੱਚ ਵਿਧਾਨ ਸਭਾ 'ਚ ਖੇਤੀ ਕਾਨੂੰਨਾਂ ਦੀ ਗੱਲ ਹੋਣੀ ਹੈ ਤਾਂ ਸਾਰੀਆਂ ਪੋਲੀਟੀਕਲ ਧਿਰਾਂ ਯੂਨੈਨਿਮਸਲੀ, ਜਿਹਨੂੰ ਅਸੀਂ ਕਹਿੰਦੇ ਹਾਂ ਸਰਬਸੰਮਤੀ ਦੇ ਨਾਲ ਫੈਸਲੇ ਕਰਨ ਔਰ ਪੰਜਾਬ ਦੇ ਹੱਕ 'ਚ ਖੇਤੀਬਾੜੀ ਦੇ ਕਾਨੂੰਨ ਬਣਾਉਣ। ਜੀ, ਪਹਿਲਾਂ ਸਾਰੀਆਂ ਸਿਆਸੀ ਧਿਰਾਂ ਦੇ ਸਿਆਸੀ ਬਿਆਨ ਕੁਝ ਸੁਣਾਉਂਦੇ ਹਾਂ, ਉਸ ਤੋਂ ਬਾਅਦ ਇਸੇ ਮਸਲਿਆਂ ਦੇ ਨਾਲ ਲੱਗਦੇ ਕੁਝ ਹੋਰ ਸਵਾਲ ਉਹਨਾਂ ਦੇ ਵੱਲ ਪਾਤੇ ਹਾਂ। ਜਿਹੜੇ ਲੋਕ ਕਹਿੰਦੇ ਨੇ ਕਿ ਇਹ ਸਿਰਫ ਕਿਸਾਨ ਅੰਦੋਲਨ ਆ, ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਸਿਰਫ ਕਿਸਾਨ ਅੰਦੋਲਨ ਨਹੀਂ, ਇਹ ਕਿਸਾਨ ਮਜ਼ਦੂਰ ਤੇ ਆਮ ਜਨਤਾ ਦਾ ਅੰਦੋਲਨ ਆ। ਇਹਦੇ ਵਿੱਚ ਹਰ ਉਹ ਇਨਸਾਨ ਆ ਜਿਹੜਾ ਦੁਖੀ ਆ, ਜਿਹੜਾ ਪੀੜਿਤ ਆ, ਜਿਹੜਾ ਸਰਕਾਰ ਦੀਆਂ ਇਹਨਾਂ ਰਣਨੀਤੀਆਂ ਤੋਂ, ਇਹਨਾਂ ਕਾਲੇ ਕਾਨੂੰਨਾਂ ਤੋਂ ਤੰਗ ਆ, ਉਹ ਹਰ ਇਨਸਾਨ ਦਾ ਅੰਦੋਲਨ ਆ। ਚਾਹੇ ਅੱਜ ਸਾਡੀ ਗਿਣਤੀ ਕਿੰਨੀ ਵੀ ਹੋਵੇ, ਪਰ ਅੱਜ ਜਿਹੜੀ ਜਨਤਾ ਉਹ ਜਾਗ ਗਈ ਆ। ਜਿੰਨੇ ਵੀ ਕਾਨੂੰਨ ਇਹ ਲੈ ਕੇ ਆਏ ਨੇ ਉਹਨਾਂ ਨੂੰ ਰੱਦ ਕਰਨੇ ਪੈਣਗੇ, ਨਹੀਂ ਤਾਂ ਅਸੀਂ ਮਾਵਾਂ ਭੈਣਾਂ, ਅਸੀਂ ਮਜ਼ਦੂਰ ਕਿਸਾਨ, ਜਿੰਨੇ ਵੀ ਬੱਚੇ ਨੇ, ਜਿੰਨੇ ਵੀ ਦੁਨੀਆ ਭਰ ਦੇ ਨੌਜਵਾਨ ਨੇ ਜਿਹੜੇ ਸਮਝਦੇ ਨੇ ਕਿ ਹਾਂ ਅੱਜ ਦੀਆਂ ਸਰਕਾਰਾਂ ਸਾਡੇ ਨਾਲ ਧੱਕਾ ਕਰ ਰਹੀਆਂ ਨੇ, ਤਾਂ ਉਹ ਜ਼ਰੂਰ ਆਉਣਗੇ, ਉਹ ਜ਼ਰੂਰ ਬੋਲਣਗੇ। ਹਮੇਸ਼ਾ ਸੱਚ ਦੀ ਜਿੱਤ ਹੁੰਦੀ ਆ ਤੇ ਸੱਚ ਹਮੇਸ਼ਾ ਜਿੱਤੂਗਾ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ। ਨਵਦੀਪ ਕੌਰ ਪੂਰੀ ਦੁਨੀਆ ਦੀਆਂ ਨਜ਼ਰਾਂ ਸੀ ਜਿਹਦੇ ਤੇ, ਪੂਰੀ ਦੁਨੀਆ ਦੀਆਂ ਬਲੇਸਿੰਗ ਸੀ, ਪੂਰੀ ਦੁਨੀਆ ਦੀ ਚਿੰਤਾ ਵੀ ਸੀ। ਮੇਰੇ ਵੀਰੋ, ਕੱਲ ਦੀ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਿਆ, ਪਰ ਮੈਂ ਤੁਹਾਨੂੰ ਅਜੇ ਦੱਸਣਾ ਚਾਹੁੰਦਾ। ਜਦੋਂ ਮੈਂ ਨਵਦੀਪ ਕੌਰ ਨੂੰ ਜੇਲ੍ਹ ਦੇ ਅੰਦਰ ਜਾ ਕੇ ਮਿਲਿਆ, ਤਕਰੀਬਨ 12-15-20 ਮਿੰਟ ਅਸੀਂ ਇਕੱਠੇ ਰਹੇ ਔਰ ਮੈਂ ਉਸ ਦੀਆਂ ਸਾਰੀਆਂ ਜਾਣਕਾਰੀਆਂ ਲਈਆਂ। ਮੈਂ ਸੁਣ ਕੇ ਹੈਰਾਨ ਸੀ ਜਿਸ ਤਰ੍ਹਾਂ ਦੀ ਤਸ਼ੱਦਦ ਉਹਦੇ ਨਾਲ ਢਾਈ ਗਈ। ਲਾਹਨਤ ਹੈ ਐਸੀਆਂ ਪੁਲਿਸ ਔਰ ਸਰਕਾਰਾਂ ਤੇ ਜਿਹੜੀਆਂ ਐਸਾ ਕੰਮ ਕਰਦੀਆਂ ਨੇ, ਜਿਨ੍ਹਾਂ ਦੀ ਮਾਨਸਿਕਤਾ ਲੋਕਾਂ ਦੀ ਆਵਾਜ਼ ਦਬਾਉਣ ਪਿੱਛੇ ਕਿਸੇ ਹੱਦ ਤੱਕ ਜਾਣ ਦੀ ਮਾਨਸਿਕਤਾ ਰੱਖਦੇ ਨੇ। ਲਾਹਨਤ ਹੈ ਐਸੇ ਲੋਕਾਂ ਦੇ ਉੱਤੇ। ਮੈਂ ਕਾਫੀ ਅਰਸੇ ਤੋਂ ਆਪੋਜੀਸ਼ਨ ਦਾ ਰੋਲ ਅਦਾ ਕਰ ਰਿਹਾ। ਜਦੋਂ ਪਹਿਲੀ ਵਾਰ ਵੀ ਮੈਂ 2007 ਚ MLA ਬਣਿਆ ਸੀਗਾ, ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ, ਤਾਂ ਬੇਤਹਾਸ਼ਾ ਹਮਲਾ ਸਾਡੇ ਵਰਕਰਾਂ ਦੇ ਉੱਤੇ ਹੋਇਆ। ਮੈਂ ਜ਼ਿਆਦਾ ਨਹੀਂ ਤਾਂ 250 ਝੂਠਾ ਮੁਕੱਦਮਾ ਸਾਡੇ ਹਲਕੇ ਦੇ ਲੋਕ ਜਿਹੜੇ ਇੰਪੋਰਟੈਂਟ ਇਸ ਹਲਕੇ ਦੇ ਵਿੱਚ ਕੰਮ ਕਰਨ ਵਾਲੇ ਲੋਕ ਸੀ, ਉਹਨਾਂ ਦੀ ਹਿਫਾਜ਼ਤ ਕੀਤੀ ਢਾਲ ਬਣ ਕੇ। ਔਰ ਉਸ ਵਾਹਿਗੁਰੂ ਅਕਾਲਪੁਰ ਦੀ ਕਿਰਪਾ ਦੇ ਨਾਲ ਸਭ ਨੂੰ ਬਿਨਾਂ ਕਿਸੇ ਨੁਕਸਾਨ ਤੋਂ ਉਸ ਵਕਤ ਬਚਾਇਆ। ਔਰ ਹੁਣ ਜਦੋਂ ਮੈਂ ਇਸ ਟਰਮ ਦੇ ਵਿੱਚ ਦੂਜੀ ਵਾਰ MLA ਬਣਿਆ ਤਾਂ ਮੈਨੂੰ ਲੀਡਰ ਆਫ ਆਪੋਜੀਸ਼ਨ ਬਣਨ ਦਾ ਮੌਕਾ ਮਿਲਿਆ, ਪੰਜਾਬ ਦਾ ਵਿਰੋਧੀ ਧਿਰ ਦਾ ਨੇਤਾ। ਜਿਹੜੇ ਨਿਰਪੱਖ ਲੋਕ ਨੇ ਉਹ ਮੇਰੇ ਕਰਤੱਵ ਨੂੰ, ਮੇਰੇ ਕੰਮ ਨੂੰ ਉਹਨਾਂ ਨੇ ਸਰਾਇਆ ਤੇ ਉਹਨਾਂ ਨੇ ਠੀਕ ਕਿਹਾ, ਕਿਉਂਕਿ ਮੈਂ ਬਿਲਕੁਲ ਨਿਡਰਤਾ ਨਾਲ, ਨਿਚਕਤਾ ਦੇ ਨਾਲ ਆਪਣਾ ਰੋਲ ਬਤੌਰ ਲੀਡਰ ਆਫ ਆਪੋਜੀਸ਼ਨ ਅਦਾ ਕੀਤਾ। ਮੇਰੇ ਸਾਹਮਣੇ ਭਾਵੇਂ ਕੋਈ ਕਿੱਡਾ ਤਾਕਤਵਰ ਕੋਈ ਬੰਦਾ ਹੋਵੇ, ਜਿੱਥੇ ਬੇਇਨਸਾਫੀ ਹੋ ਰਹੀ ਸੀ, ਜਿੱਥੇ ਭ੍ਰਿਸ਼ਟਾਚਾਰ ਹੋ ਰਿਹਾ ਸੀ, ਜਿੱਥੇ ਡਰੱਗ ਮਾਫੀਆ ਆਪਰੇਟ ਕਰ ਰਿਹਾ ਸੀ, ਜਿੱਥੇ ਗੰਦੇ ਪਾਣੀਆਂ ਦਾ ਸਵਾਲ ਸੀ, ਉਹਨਾਂ ਸਾਰੀਆਂ ਗੱਲਾਂ ਨੂੰ ਮੈਂ ਡਟ ਕੇ ਲੜਾਈ ਦਿੱਤੀ। ਦੇਖੋ, ਗੱਲ ਇਹ ਹੈ ਕਿ ਹੁਣ ਤਾਂ ਅਖੀਰਲਾ ਬਜਟ ਸੈਸ਼ਨ ਹੈ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਬੜੇ ਵੱਡੇ ਵਾਅਦੇ ਕੀਤੇ ਸੀ, ਸਾਰਾ ਕਰਜ਼ਾ ਮਾਫ ਕਰਨ ਦੇ, ਘਰ ਨੌਕਰੀਆਂ ਦੇਣ ਦੇ, 4 ਹਫ਼ਤਿਆਂ 'ਚ ਨਸ਼ੇ ਖਤਮ ਕਰਨ ਦੇ, ਪੈਨਸ਼ਨਾਂ 2500 ਰੁਪਇਆ ਬਜ਼ੁਰਗਾਂ ਨੂੰ ਦੇਣ ਦੇ, ਬੇਹਿਸਾਬੇ ਹਰ ਦਲਿਤ ਨੂੰ ਜਿਹੜਾ ਘਰ ਬਣਾ ਕੇ ਦੇਣ ਦੇ। ਪਰ ਤੁਸੀਂ ਦੇਖੋ ਵੀ ਕਿਹੜਾ ਵਾਅਦਾ ਪੂਰਾ ਹੋਇਆ? ਇੱਕ ਵੀ ਵਾਅਦਾ ਨਹੀਂ ਪੂਰਾ ਹੋਇਆ। ਇੱਕ ਬਜਟ ਪੇਸ਼ ਹੁੰਦਾ, ਉਹਦੇ 'ਚ ਜਿਹੜੀਆਂ ਫਿਗਰਾਂ ਜੋੜ ਤੋੜ ਕੇ ਪੇਸ਼ ਕਰ ਦਿੱਤੀਆਂ ਜਾਂਦੀਆਂ, ਇੱਧਰੋਂ ਇੰਨੇ ਪੈਸੇ ਆਉਣਗੇ, ਇੱਧਰੋਂ ਇੰਨੇ ਪੈਸੇ ਆਉਣਗੇ। ਬਾਅਦ 'ਚ ਰੌਲਾ ਪੈ ਜਾਂਦਾ ਕਿ 5600 ਕਰੋੜ ਰੁਪਈਆ ਤੇ ਇਕੱਲਾ ਐਕਸਾਈਜ਼ ਦਾ ਘਾਟਾ ਪੈ ਗਿਆ, ਜਿਹੜੀ ਸ਼ਰਾਬ ਦੀ ਵਿਕਰੀ ਨਜਾਇਜ਼ ਹੋ ਗਈ ਕਰਫਿਊ ਦੇ ਦੌਰਾਨ। ਇਸ ਕਰਕੇ ਇਹੋ ਜਿਹੇ ਬਜਟ ਦਾ ਕੀ ਫਾਇਦਾ ਜਦੋਂ ਪੈਸਾ ਐਂਡ ਤੇ ਨਿਕਲਣਾ ਕੁਛ ਨਹੀਂ, ਤੇ ਕੱਲੀਆਂ ਇੱਧਰੋਂ ਉੱਧਰੋਂ ਜਿਹੜੇ ਸੋਚ ਕੇ ਸੁਪਨੇ ਲੈਣ ਦਾ ਕੋਈ ਫਾਇਦਾ ਨਹੀਂ। ਵਿਰੋਧੀ ਪਾਰਟੀਆਂ ਜੋ ਮਰਜ਼ੀ ਕਹਿ ਲੈਣ, ਉਹਨਾਂ ਨੂੰ ਕੋ ਅਹੀ ਸੈਮੀਫਾਈਨਲ 2015 ਦਾ ਵੀ ਦੇਖ ਲੈਣ, ਉੱਥੇ ਰਿਜ਼ਲਟ ਕੀ ਸੀ ਤੇ ਸਰਕਾਰ ਕਿਹਦੀ ਬਣੀ, ਤੇ ਉਹੀ ਇੱਥੇ ਲਾਗੂ ਹੁੰਦਾ ਹੈਗਾ। ਤੇ ਜਿਸ ਤਰ੍ਹਾਂ ਦਾ ਜ਼ੋਰ ਜ਼ਬਰ ਦਾ ਇਸਤੇਮਾਲ ਕਰਕੇ ਆਪਣੇ ਲੋਕਾਂ ਨੂੰ ਡਰਾ ਧਮਕਾ ਕੇ, ਕਾਗਜ਼ ਰੱਦ ਕਰਕੇ, ਮਾਰ ਕੁੱਟ ਕਰਕੇ, ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਣ ਤੋਂ ਬਾਵਜੂਦ ਮੈਂ ਅੱਜ ਜਿੱਥੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਤਾਂ ਵਧਾਈ ਦਿੰਦੀ ਆ, ਲੇਕਿਨ ਸੰਗਤ ਮੰਡੀ ਦੇ ਲੋਕਾਂ ਨੂੰ ਤੇ ਇੱਥੇ ਦੇ ਪਾਰਟੀ ਦੇ ਸਾਰੇ ਵਰਕਰਾਂ ਨੂੰ
ਉਹਨਾਂ ਨੂੰ ਮੈਂ ਵਧਾਈ ਦਿੰਦੀ ਆ। ਤੁਸੀਂ ਦੇਖੋ ਲੋਕਾਂ ਦੇ ਕਾਗਜ਼ ਰੱਦ ਕੀਤੇ, ਉਹਨਾਂ ਨੂੰ ਡਰਾਇਆ ਧਮਕਾਇਆ, ਆਪਨੇ ਇੱਥੇ ਬੈਠ ਕੇ ਹਰ ਤਰ੍ਹਾਂ ਦੀ ਜ਼ੋਰ ਜ਼ਬਰ ਦੀ ਕੋਸ਼ਿਸ਼ ਕੀਤੀ ਤੇ ਕੀ ਕੁਝ ਨਹੀਂ ਕੀਤਾ, ਲੇਕਿਨ ਫੇਰ ਵੀ 9 ਵਿੱਚੋਂ 7 ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਝੋਲੀ ਵਿੱਚ ਲੋਕਾਂ ਨੇ ਪਾਈਆਂ। ਡੱਲਾ ਸਾਹਿਬ, ਇੱਕ ਪਾਸੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਜੇਕਰ ਕਿਸਾਨੀ ਮਸਲੇ ਦੇ ਉੱਤੇ ਕਾਨੂੰਨ ਫਿਰ ਤੋਂ ਲਿਆਉਂਦੇ ਨੇ, ਪ੍ਰਸਤਾਵ ਫਿਰ ਤੋਂ ਲੈ ਕੇ ਆਉਂਦੇ ਨੇ, ਤਾਂ ਕਿਤੇ ਨਾ ਕਿਤੇ ਤਾਂ ਇੱਕ ਪਾਸੇ ਮੰਨਿਆ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਸਾਰੀਆਂ ਸਿਆਸੀ ਉਹਨਾਂ ਧਿਰਾਂ ਦੇ ਉੱਤੇ ਨਹਿਲੇ ਤੇ ਦਹਿਲਾ ਹੋਊਗਾ ਜਿਹੜੀਆਂ ਪਹਿਲਾਂ ਸਹਿਮਤੀ ਕਰਕੇ ਪ੍ਰਸਤਾਵ ਦੇਣ ਲਈ ਜਦੋਂ ਗਵਰਨਰ ਦੇ ਕੋਲ ਪਹੁੰਚਦੀਆਂ ਨੇ ਤੇ ਉਸ ਤੋਂ ਬਾਅਦ ਯੂ ਟਰਨ ਲੈਂਦੀਆਂ ਨੇ, ਉਹਨਾਂ ਦੇ ਲਈ ਤਾਂ ਹੈ। ਪਰ ਕਿਤੇ ਨਾ ਕਿਤੇ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ 4 ਸਾਲ ਦੇ ਸ਼ਾਸਨ ਕਾਲ ਨੂੰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਮੁੱਦਾ ਬਣਾਉਣਗੀਆਂ। ਪਿਛਲੇ 4 ਸਾਲ ਦੇ ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਗੱਲ ਕਰੀਏ ਤਾਂ ਕਿਹੋ ਜਿਹੇ ਮਸਲੇ ਨੇ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਕਰਜ਼ਾ ਮਾਫੀ ਦੀ ਗੱਲ ਹੁੰਦੀ ਸੀ ਜਾਂ ਫਿਰ ਫੋਨ ਦੇਣ ਦੀ ਗੱਲ ਹੋਈ, ਘਰ ਨੌਕਰੀ ਦੇਣ ਦੀਆਂ ਗੱਲਾਂ ਸੀ, ਉਹ ਵੀ ਵਾਅਦੇ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਪੂਰੇ ਨਹੀਂ ਕਰ ਸਕੇ, ਉਹ ਵੀ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਚਰਚਾ ਰਹਿ ਸਕਦੀ ਹੈ? ਨਹੀਂ, ਉਹ ਬਿਲਕੁਲ ਸਹੀ ਗੱਲ ਹੈ ਤੁਹਾਡੀ। ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵੱਡੇ ਵਾਅਦੇ ਕਰਤੇ ਸੀ। ਮੈਨੂੰ ਲੱਗਦਾ ਕੈਪਟਨ ਅਮਰਿੰਦਰ ਨੇ ਵੀ ਵਾਅਦੇ ਕਰਨ ਤੋਂ ਪਹਿਲਾਂ ਸੋਚਿਆ ਨਹੀਂ ਹੋਣਾ ਜ਼ਿਆਦਾ ਜੀ। ਸੋਚ ਕੇ ਫੈਸਲੇ ਕਰਨੇ ਚਾਹੀਦੇ ਨੇ, ਵਾਅਦੇ ਕਰਨੇ ਚਾਹੀਦੇ ਨੇ ਸੋਚ ਕੇ। ਜਿਵੇਂ ਸਾਡੇ ਬੀਜੇਪੀ ਦੇ ਲੀਡਰਾਂ ਨੇ ਵੀ ਕਹਿਤਾ ਸੀ ਵੀ ਸਾਰਿਆਂ ਨੂੰ ਮਕਾਨ ਮਿਲ ਜੂ 22 ਤੱਕ ਜੀ। 22 ਆਉਣ ਵਾਲਾ, ਮੈਨੂੰ ਘਰ ਹਜੇ ਤੱਕ ਮਿਲਿਆ ਨਹੀਂ। ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂਗੀ, ਉਹ ਅੱਜ ਤੱਕ ਸਮਝ ਨਹੀਂ ਆਈ ਦੁੱਗਣੀ ਕਿਵੇਂ ਹੋਈ। ਐਵੇਂ ਹੀ ਕੈਪਟਨ ਅਮਰਿੰਦਰ ਨੇ ਕਹਿਤਾ ਜੀ। ਕੈਪਟਨ ਅਮਰਿੰਦਰ ਕਹਿੰਦੇ ਵੀ ਘਰ ਨੌਕਰੀ। ਹੁਣ ਕਿੰਨੇ ਘਰਾਂ 'ਚ ਬੇਰੁਜ਼ਗਾਰ ਬੈਠੇ ਨੇ। ਫਿਰ ਕਹਿੰਦੇ ਸੀ ਨੌਜਵਾਨਾਂ ਨੂੰ ਮੋਬਾਈਲ ਫੋਨ, ਉਹ ਦੱਸਿਆ ਨਹੀਂ ਵੀ ਕਿਹੜੇ ਨੌਜਵਾਨਾਂ ਨੂੰ ਮੋਬਾਈਲ ਫੋਨ, ਜੀ। ਆ ਥੋੜੇ ਜਿਹੇ ਫੋਨ ਵੰਡੇ ਹੈ ਜੀ। ਫਿਰ ਬੜੀਆਂ ਵੱਡੀਆਂ ਗੱਲਾਂ ਕੀਤੀਆਂ। ਹਾਂ, ਜੋ ਜਿੱਥੇ ਕੰਮ ਕੀਤਾ ਕੈਪਟਨ ਅਮਰਿੰਦਰ ਨੇ, ਗੈਂਗਸਟਰਵਾਦ ਨੂੰ ਕੰਟਰੋਲ ਕੀਤਾ ਪੰਜਾਬ 'ਚ, ਇਹਦੇ 'ਚ ਕੋਈ ਦੋ ਰਾਏ ਨਹੀਂ। ਭਾਵੇਂ ਉਹਦੇ 'ਚ ਪੁਲਿਸ ਨੇ ਨਿਰਪੱਖਤਾ ਦੇ ਨਾਲ ਕੰਮ ਕੀਤਾ, ਨਸ਼ਿਆਂ ਤੇ ਕਾਫੀ ਹੱਦ ਤੱਕ ਕਾਬੂ ਪਾਇਆ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਹੁਣ ਉਹ ਸਥਿਤੀਆਂ ਨਹੀਂ ਹੈ ਨਸ਼ੇ ਦੇ ਮਾਮਲੇ 'ਚ ਜੋ 5 ਸਾਲ ਪਹਿਲਾਂ ਸੀ। ਨਸ਼ਿਆਂ ਦੇ ਮਾਮਲੇ 'ਚ ਕੁਝ ਕਾਮਯਾਬੀ ਹਾਸਲ ਕੀਤੀ, ਸ਼ਰਾਬ ਮਾਫੀਆ ਦੇ ਮਾਮਲੇ 'ਚ ਕੁਝ ਨਹੀਂ ਹੋਇਆ। ਸ਼ਰਾਬ ਦਾ ਮਾਫੀਆ ਕੈਪਟਨ ਅਮਰਿੰਦਰ ਸਿੰਘ ਨਹੀਂ ਵਧਾ ਸਕੇ, ਇਸ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਕਾਮਯਾਬ ਨਹੀਂ ਹੈ। ਮਾਈਨਿੰਗ ਮਾਫੀਆ, ਰੇਤ ਮਾਫੀਆ ਕੈਪਟਨ ਅਮਰਿੰਦਰ ਸਿੰਘ ਕੰਟਰੋਲ ਨਹੀਂ ਕਰ ਸਕੇ। ਇਸ ਵਿਧਾਨ ਸਭਾ ਸੈਸ਼ਨ 'ਚ ਮੈਨੂੰ ਲੱਗਦਾ ਹੈ ਰੇਤ ਮਾਈਨਿੰਗ ਤੇ ਵੀ ਨਵੀਂ ਪਾਲਿਸੀ ਕੈਪਟਨ ਅਮਰਿੰਦਰ ਲਿਆ ਸਕਦੇ ਨੇ, ਕਿਉਂਕਿ ਆਖਰੀ ਸਾਲ ਹੈ। ਕੋਈ ਦਿਲ ਖਿੱਚਵੀਂ ਪਾਲਿਸੀ ਲਿਆ ਸਕਦੇ ਨੇ ਕੈਪਟਨ ਅਮਰਿੰਦਰ ਮਾਈਨਿੰਗ ਤੇ ਜੀ। ਇਹ ਮੈਨੂੰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ, ਬਾਕੀ ਕੀ ਲਿਆਉਂਦੇ ਨੇ ਵਿਧਾਨ ਸਭਾ 'ਚ ਪਤਾ ਲੱਗੂ। ਹੁਣ ਇਹ ਗੱਲਾਂ ਬੜੀਆਂ ਇੰਪੋਰਟੈਂਟ ਨੇ। ਇਸ ਤੋਂ ਇਲਾਵਾ ਵਿਧਾਨ ਸਭਾ ਦੇ ਵਿੱਚ ਜਿਹੜੀ ਤੁਸੀਂ ਕੈਪਟਨ ਅਮਰਿੰਦਰ ਦੀ ਗੱਲ ਕੀਤੀ ਹੈ, ਨਾ ਮੀਡੀਆ ਦੇ ਮਾਮਲੇ ਤੇ ਬਹੁਤ ਨਿਰਪੱਖਤਾ ਦੇ ਨਾਲ ਕੋਈ ਆਰਗੇਨਾਈਜ਼ਡ ਪ੍ਰਬੰਧ ਕਾਇਮ ਕਰ ਸਕੇ ਨੇ ਜੀ। ਕੇਬਲਾਂ ਦੇ ਵਪਾਰ ਉਨੇ ਖੁੱਲੇ ਨਹੀਂ ਹੋ ਰਹੇ ਜਿੰਨੇ ਹੋਣੇ ਚਾਹੀਦੇ ਸੀ। ਮੀਡੀਆ ਬਹੁਤ ਵੱਡਾ ਸੈਕਟਰ ਹੈ, ਇੰਡਸਟਰੀ ਹੈ ਜੀ, ਬਹੁਤ ਖੁੱਲ੍ਹਦਿਲੀ ਨਾਲ ਕੰਮ ਨਹੀਂ ਹੋ ਸਕਿਆ, ਹੋ ਜਾਣਾ ਚਾਹੀਦਾ ਸੀ। ਹੋਰ ਨਹੀਂ ਤਾਂ ਸਰਕਾਰ ਹੀ ਇੱਕ ਆਪਣਾ ਚੈਨਲ ਬਣਾ ਲੈਂਦੀ। ਬਿਲਕੁਲ, ਪੰਜਾਬ ਦੀ ਸਰਕਾਰ ਹੀ ਇੱਕ ਆਪਣਾ ਚੈਨਲ ਬਣਾ ਲੈਂਦੀ। ਘੱਟੋ ਘੱਟ ਭਾਰਤ ਦੀ ਸਰਕਾਰ ਨੇ ਕਿਸਾਨ ਚੈਨਲ ਖੇਤੀਬਾੜੀ ਤੇ ਬਣਾਤਾ ਜੀ। ਪੰਜਾਬ ਵਾਲੇ ਖੇਤੀਬਾੜੀ ਤੇ ਇੱਕ ਚੈਨਲ ਬਣਾ ਦਿੰਦੀ ਸਰਕਾਰ। ਖੇਤੀਬਾੜੀ ਦਾ ਕਿੰਨਾ ਗਿਆਨ ਵੰਡਿਆ ਜਾਵੇ। ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਾਲਿਆਂ ਨੂੰ ਇੱਕ ਚੈਨਲ ਬਣਾ ਕੇ ਦੇ ਦਿਓ ਖੇਤੀਬਾੜੀ ਦਾ। ਖੇਤੀਬਾੜੀ ਯੂਨੀਵਰਸਿਟੀ ਵਾਲਿਆਂ ਨੇ ਕਿੰਨਾ ਪੁੰਨ ਕਰ ਦੇਣਾ ਕਿਸਾਨਾਂ ਦਾ। ਬਿਲਕੁਲ, ਦੂਰਦਰਸ਼ਨ ਜਾਣਾ ਪੈਂਦਾ ਇਹਨਾਂ ਨੂੰ ਜਲੰਧਰ, ਉਹ ਵੀ ਪੂਰਾ ਸਮਾਂ ਨਹੀਂ ਮਿਲਦਾ ਕਿਉਂਕਿ ਦੂਰਦਰਸ਼ਨ ਜਿਹੜਾ ਚੈਨਲ ਹੈ ਇਹ ਪ੍ਰਸਾਰ ਭਾਰਤੀ ਦੇ ਤਹਿਤ ਹੈ, ਮੇਰਾ ਖਿਆਲ ਭਾਰਤ ਸਰਕਾਰ ਦੇ ਤਹਿਤ ਹੈ ਜੀ। ਸੋ ਸਿਰਫ ਪੰਜਾਬ ਦਾ ਇੱਕ ਕਿਸਾਨਾਂ ਦਾ ਚੈਨਲ ਹੀ ਸਰਕਾਰ ਬਣਾ ਦਿੰਦੀ ਹੈ ਜੀ। ਬਿਲਕੁਲ, ਇਹ ਚੀਜ਼ਾਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਉੱਤੇ ਕੰਮ ਨਹੀਂ ਹੋ ਸਕਿਆ। ਡਿਵੈਲਪਮੈਂਟ ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਕੋਈ ਦੋ ਰਾਏ ਨਹੀਂ ਹੈ ਕਿ ਸੁਖਬੀਰ ਦੇ 10 ਸਾਲਾਂ 'ਚ ਵਿਕਾਸ ਹੋਇਆ ਸੀ ਜੀ। ਭਾਵੇਂ ਬਹੁਤ ਸਾਰੇ ਅਜਿਹੇ ਮਸਲੇ ਸੀ ਜਿਹੜੇ ਨਹੀਂ ਹੋਣੇ ਚਾਹੀਦੇ ਸੀ, ਜਿਨ੍ਹਾਂ ਕਰਕੇ ਸੁਖਬੀਰ ਆਇਆ ਨਹੀਂ। ਬਿਲਕੁਲ, ਸੁਖਬੀਰ ਦੇ ਰਾਜ 'ਚ ਮੀਡੀਆ ਨੂੰ ਓਡੀ ਆਜ਼ਾਦੀ ਨਹੀਂ ਸੀ। ਸੁਖਬੀਰ ਦੇ ਰਾਜ 'ਚ ਮਾਫੀਆ ਸਰਗਰਮ ਰਿਹਾ, ਲੋਟੂ ਟੋਲਾ ਸਰਗਰਮ ਰਿਹਾ, ਆ ਰੇਤ ਮਾਫੀਆ, ਮਾਈਨਿੰਗ ਮਾਫੀਆ, ਆ ਨਸ਼ੇ ਨੁਸ਼ੇ ਵਾਲੇ ਸਰਗਰਮ ਰਹੇ ਨੇ। ਇਹ ਚੀਜ਼ਾਂ ਸੁਖਬੀਰ ਦੇ ਰਾਜ 'ਚ ਨਾ ਹੁੰਦੀਆਂ ਤੇ ਸੁਖਬੀਰ ਅੱਜ ਵੀ ਮੁੱਖ ਮੰਤਰੀ ਹੋਣਾ ਸੀ ਜੀ। ਸੁਖਬੀਰ ਨੇ ਸੜਕਾਂ ਵਧੀਆ ਬਣਾਈਆਂ, ਡਿਵੈਲਪਮੈਂਟ ਕਰਾਈ ਪਿੰਡਾਂ 'ਚ, ਸ਼ਹਿਰਾਂ 'ਚ। ਬਿਲਕੁਲ, ਕਿੰਨੀਆਂ ਯਾਦਗਾਰਾਂ ਬਣਾਤੀਆਂ ਸੁਖਬੀਰ ਦੀ ਸਰਕਾਰ 'ਚ। ਬਿਜਲੀ ਵਾਲੇ ਮਾਮਲੇ 'ਚ ਵੀ ਸੁਖਬੀਰ ਥੋੜਾ ਜਿਹਾ ਹੋਰ ਠਰਮੇ ਨਾਲ ਕੰਮ ਕਰਦੇ ਤੇ ਬਿਜਲੀ ਦੇ ਮੁੱਲ ਕੰਟਰੋਲ ਕਰ ਲੈਂਦੇ ਤੇ ਸੁਖਬੀਰ ਬਾਦਲ ਦੁਬਾਰਾ ਆ ਜਾਣਾ ਸੀ। ਬਿਲਕੁਲ, ਸੋ ਕੁਝ ਕਮੀਆਂ ਰਹਿੰਦੀਆਂ ਨੇ, ਪਰ ਅਗਰ ਵਿਕਾਸ ਦੀ ਗੱਲ ਕਰੀਏ ਤੇ ਕੈਪਟਨ ਅਮਰਿੰਦਰ ਨਾਲੋਂ ਜ਼ਿਆਦਾ ਵਿਕਾਸ ਸੁਖਬੀਰ ਬਾਦਲ ਦੇ ਰਾਜ 'ਚ ਹੋਇਆ, ਇਹਦੇ 'ਚ ਕੋਈ ਦੋ ਰਾਏ ਨਹੀਂ ਜੀ। ਜਿਹੜੇ ਐਡਮਿਨਿਸਟ੍ਰੇਟਿਵ ਪ੍ਰਬੰਧ ਨੇ, ਜਿਹੜੇ ਪ੍ਰਸ਼ਾਸਨਿਕ ਕੰਟਰੋਲ ਹੈ,
ਉਹ ਸੁਖਬੀਰ ਉਹਨਾਂ ਨਾਲੋਂ ਕੈਪਟਨ ਅਮਰਿੰਦਰ ਦਾ ਜ਼ਿਆਦਾ ਚੰਗਾ। ਸੁਖਬੀਰ ਉਹਨਾਂ ਦੇ ਰਾਜ 'ਚ ਭਾਵੇਂ ਸੁਮੇਧ ਸਿੰਘ ਸੈਣੀ ਡੀਜੀਪੀ ਸੀ ਜੀ, ਪਰ ਸੁਮੇਧ ਸਿੰਘ ਸੈਣੀ ਡੀਜੀਪੀ ਉਹਨਾਂ ਵਧੀਆ ਕੰਮ ਨਹੀਂ ਕਰ ਸਕਿਆ। ਆਪ ਤੁਹਾਡੇ ਸਾਹਮਣੇ ਹੀ ਹੈ। ਬਿਲਕੁਲ ਹੈ ਜੀ। ਸੋ ਹੁਣ ਕੈਪਟਨ ਅਮਰਿੰਦਰ ਵਿਕਾਸ 'ਚ ਥੋੜਾ ਜਿਹਾ ਕਮਜ਼ੋਰ ਹੈ, ਬਿਲਕੁਲ ਪ੍ਰਸ਼ਾਸਨਿਕ ਕੰਮਾਂ 'ਚ ਚੰਗਾ ਹੈ। ਦੇਖੋ ਸੰਪੂਰਨ ਕੋਈ ਨਹੀਂ ਹੁੰਦਾ, ਪਰ ਇਸੇ ਕਰਕੇ ਪੰਜਾਬ ਸੰਪੂਰਨ ਨਹੀਂ। ਜਦੋਂ ਤੱਕ ਸਾਨੂੰ ਕੋਈ ਸੰਪੂਰਨ ਨਹੀਂ ਮਿਲਦਾ ਬਿਲਕੁਲ ਤਦ ਤੱਕ ਪੰਜਾਬ ਦਾ ਸਮੁੱਚਾ ਵਿਕਾਸ ਨਹੀਂ ਹੋਣਾ। ਜੀ। ਸੋ ਇਸ ਵਾਰ ਦਾ ਵਿਧਾਨ ਸਭਾ ਸੈਸ਼ਨ ਕਿਤੇ ਨਾ ਕਿਤੇ ਵੱਡੇ ਹੰਗਾਮਿਆਂ ਦੇ ਵਿੱਚ ਰਹੂਗਾ, ਕਿਉਂਕਿ ਸਿਆਸੀ ਧਿਰਾਂ ਨੇ ਹਰ ਇੱਕ ਨੇ 2022 ਦੇਖਣੀ ਹੈ ਤੇ ਇਸ ਵਾਰ ਦੀ ਵਿਧਾਨ ਸਭਾ ਜਿਹੜੀ 10 ਦਿਨ ਚੱਲਣੀ ਹੈ, ਉਸ 10 ਦਿਨ ਦੇ ਵਿੱਚ ਸਾਰੀਆਂ ਧਿਰਾਂ ਆਪਣੇ ਆਪ ਨੂੰ ਲੋਕ ਪੱਖੀ ਸਾਬਤ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਣ ਵਾਲੀਆਂ। ਇਹ ਗੱਲ ਹੁਣ ਤੋਂ ਹੀ ਸਾਫ਼ ਹੋ ਰਹੀ ਹੈ, ਕਿਉਂਕਿ ਜਿਸ ਤਰ੍ਹਾਂ ਦੇ ਬਿਆਨ ਸਿਆਸੀ ਤਰ੍ਹਾਂ ਦੇ ਨੇ, ਕਿਸੇ ਨੇ ਘਿਰਾਓ ਕਰਨਾ, ਕਿਸੇ ਨੇ ਗਵਰਨਰ ਹਾਊਸ ਦੇ ਬਾਹਰ ਜਾ ਕੇ ਪ੍ਰਦਰਸ਼ਨ ਕਰਨਾ ਹੈ ਤੇ ਕਿਸੇ ਨੇ ਵਿਧਾਨ ਸਭਾ ਦੇ ਅੰਦਰ ਸਰਕਾਰ ਨੂੰ ਘੇਰਨਾ ਹੈ। ਸੋ ਇਹ ਸਾਰੀਆਂ ਕਿਤੇ ਨਾ ਕਿਤੇ ਸਾਰੀਆਂ ਸਿਆਸੀ ਧਿਰਾਂ ਆਪਣਾ ਸਿਆਸੀ ਜ਼ਮੀਨ ਨੂੰ ਮਜ਼ਬੂਤ ਇਸ ਵਿਧਾਨ ਸਭਾ ਸੈਸ਼ਨ ਦੇ ਦਰਮਿਆਨ ਕਰਨਾ ਚਾਹਣਗੀਆਂ। ਤੇ ਡੱਲਾ ਸਾਹਿਬ ਉਧਰ ਦੂਜੇ ਪਾਸੇ ਹੁਣ ਕਿਸਾਨਾਂ ਦੇ ਵੱਲ ਵਧੀਏ ਤਾਂ ਕਿਸਾਨ ਜਥੇਬੰਦੀਆਂ ਦੇ ਐਲਾਨ ਨੇ ਕੁਝ, ਉਹ ਕਹਿੰਦੇ ਕਿ ਅਸੀਂ ਬੜੀ ਤੀਬਰਤਾ ਦੇ ਨਾਲ ਹੁਣ ਐਲਾਨ ਕਰਾਂਗੇ ਤੇ ਬੜੇ ਠਰੰਬੇ ਦੇ ਨਾਲ ਇਹਨਾਂ ਐਲਾਨਾਂ ਨੂੰ ਅਸੀਂ ਲਾਗੂ ਵੀ ਕਰਵਾਵਾਂਗੇ। ਤੇ ਨਾਲ ਹੀ ਜਿਹੜੀ ਸਭ ਤੋਂ ਵੱਡੀ ਗੱਲ ਰਹੀ ਹੈ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਿਹੜਾ ਹੁਣ ਇੱਕ ਸਾਈਕਲ ਯਾਤਰਾ ਕਿਸਾਨਾਂ ਦੇ ਵੱਲੋਂ ਕੀਤੀ ਜਾਣੀ ਹੈ, ਇਹਦਾ ਕੀ ਪ੍ਰਭਾਵ ਵੇਖਦੇ ਹੋ ਤੇ ਕਿਸ ਹੱਦ ਤੱਕ ਜਿਹੜੀ ਇਹ ਸਫਲ ਹੋ ਸਕਦੀ ਹੈ ਤੁਹਾਨੂੰ ਲੱਗਦਾ? ਦੇਖੋ ਇਹ ਜਿਹੜੇ ਪ੍ਰੋਗਰਾਮ ਨੇ ਨਾ, ਇਹ ਸਧਾਰਨ ਪ੍ਰੋਗਰਾਮ ਨੇ ਕਿਸਾਨਾਂ ਦੇ ਜੀ, ਇਹ ਸਮੇਂ-ਸਮੇਂ ਤੇ ਚੱਲਦੇ ਰਹਿਣਗੇ। ਦੇਖੋ ਸਾਰੇ ਮੁਲਕ ਦੇ ਕਿਸਾਨਾਂ ਨੇ ਤਾਂ ਸਾਈਕਲ ਚੱਕ ਕੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਜਾਣਾ ਨਹੀਂ ਜੀ। ਇਹ ਸੰਕੇਤਕ ਪ੍ਰੋਗਰਾਮ ਹੁੰਦੇ ਨੇ ਵੀ ਕਦੀ ਜਲੰਧਰ 'ਚ ਸਾਈਕਲ ਮਾਰਚ ਕੱਢ ਲਓ, ਕਦੀ ਲੁਧਿਆਣੇ ਕੱਢ ਲਓ, ਕਦੀ ਫਿਰੋਜ਼ਪੁਰ ਕੱਢ ਲਓ, ਕਦੀ ਕੋਈ ਦਿਨ ਦੇ ਦਿੰਦੇ ਨੇ ਵੀ ਅੱਜ ਸਾਰੇ ਮੁਲਕ ਦੇ ਵਿੱਚ ਕਿਸਾਨ ਸਾਈਕਲ ਯਾਤਰਾ ਕੱਢਣਗੇ। ਇਹਦਾ ਮਤਲਬ ਹੋ ਜਾਂਦਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਦਾ ਮਤਲਬ ਇਹ ਨਹੀਂ ਵੀ ਕਸ਼ਮੀਰ ਤੋਂ ਸਾਈਕਲ ਚੱਲੂ ਤੇ ਕੰਨਿਆ ਕੁਮਾਰੀ ਜਾ ਕੇ ਬ੍ਰੇਕ ਲੱਗੂ ਜੀ। ਇਹਦਾ ਮਤਲਬ ਇਹ ਹੁੰਦਾ ਵੀ ਪੂਰੇ ਭਾਰਤ 'ਚ ਕਿਸਾਨ ਜਿਹੜੇ ਨੇ ਉਹ ਹੁਣ ਸਾਈਕਲ ਮਾਰਚ ਵੀ ਕੱਢਣਗੇ। ਇਹਦਾ ਮੂਲ ਭਾਵ ਇਹ ਹੈ। ਸੋ ਠੀਕ ਹੈ, ਕਿਸਾਨ ਹੈ ਜਿਹੜਾ ਉਹ ਆਪਣਾ ਅੰਦੋਲਨ ਚਲਾ ਰਹੇ ਨੇ, ਪਰ ਸਰਕਾਰ ਤੇ ਕਿਸਾਨਾਂ 'ਚ ਜਿਹੜਾ ਰੇੜਕਾ ਇਹ ਖਤਮ ਹੋਣਾ ਬੜਾ ਜ਼ਰੂਰੀ ਹੈ। ਸੋ ਕਿਸਾਨਾਂ ਨੂੰ ਵੀ ਖੁੱਲ੍ਹ ਦਿਲੀ ਦੇ ਨਾਲ ਗੱਲਬਾਤ ਦੇ ਲਈ ਤਿਆਰ ਰਹਿਣਾ ਚਾਹੀਦਾ ਔਰ ਸਰਕਾਰ ਨੂੰ ਸੱਦਾ ਦੇਣਾ ਚਾਹੀਦਾ ਖੁੱਲ੍ਹ ਦਿਲੀ ਦੇ ਨਾਲ ਗੱਲਬਾਤ ਦੇ ਲਈ। ਕਿਉਂਕਿ ਜਿਹੜੀ ਪਹਿਲਾਂ 11 ਕੁ ਦੌਰ ਦੀ ਗੱਲਬਾਤ ਹੋਈ ਸੀ, ਪਹਿਲੇ 1-2 ਦੌਰ ਤਾਂ ਜਿਹੜੇ ਉਹ ਐਵੇਂ ਟਾਲ ਮਟੋਲ ਵਾਲੇ ਦੇ ਦੌਰ ਸੀ, ਉਹ ਤਾਂ ਰਸਮੀ ਜੇ ਦੌਰ ਸੀ। ਉਸ ਤੋਂ ਬਾਅਦ 8-9 ਦੌਰ 'ਚ ਜਿਹੜੀ ਗੱਲਬਾਤ ਹੋਈ ਹੈ, ਉਹਨਾਂ ਦਾ ਨਿਚੋੜ ਹੈ ਜਿਹੜਾ ਉਹਨੂੰ ਆਧਾਰ ਬਣਾ ਕੇ ਸਰਕਾਰ ਨੂੰ ਵੀ ਨਵੇਂ ਸਿਰੇ ਤੋਂ ਪਹਿਲ ਕਰਨੀ ਚਾਹੀਦੀ ਹੈ। ਖੇਤੀਬਾੜੀ ਮੰਤਰੀ ਤੋਮਰ ਉਹਨਾਂ ਨੂੰ ਵੀ ਪਹਿਲ ਕਰਨੀ ਚਾਹੀਦੀ ਹੈ, ਪੂਰੇ ਵਿਸ਼ੇ ਵਸਤੂ ਨੂੰ ਸਮਝਦੇ ਹੋਏ। ਔਰ ਸਰਕਾਰਾਂ ਨੂੰ ਵੀ ਅਗਰ ਕੋਈ ਗੱਲਬਾਤ ਦਾ ਸੱਦਾ ਆਉਂਦਾ ਹੈ, ਕਿਸਾਨਾਂ ਨੂੰ ਵੀ, ਤੇ ਗੱਲਬਾਤ ਕਰ ਲੈਣੀ ਚਾਹੀਦੀ ਹੈ ਜੀ। ਸਿਰਫ ਅਗਰ ਕਿਸਾਨ ਇਹ ਕਹਿਣਗੇ ਵੀ ਅਸੀਂ ਕਾਨੂੰਨ ਰਿਪੀਲ ਕਰਨ ਤੋਂ ਬਿਨਾਂ ਕੋਈ ਗੱਲ ਨਹੀਂ ਕਰਨੀ ਜੀ, ਤੇ ਫਿਰ ਇਸ ਅੰਦੋਲਨ ਨੇ ਕਦੋਂ ਤੱਕ ਚੱਲਣਾ ਗਗਨ, ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਜੀ। ਸਰਕਾਰਾਂ ਵੀ ਤਕੜੀਆਂ ਹੁੰਦੀਆਂ ਜੇ ਕਿਸਾਨ ਤਕੜੇ ਆ ਤਾਂ। ਬਿਲਕੁਲ। ਸੋ ਖਾਸ ਤੌਰ ਦੇ ਉੱਤੇ ਕਿਸਾਨਾਂ ਦੇ ਜਿਹੜੇ ਐਲਾਨ ਨੇ, ਇਹ ਸੰਕੇਤਕ ਐਲਾਨ, ਜਿਸ ਤਰ੍ਹਾਂ ਡੱਲਾ ਸਾਹਿਬ ਨੇ ਦੱਸਿਆ ਕਿ ਇਹ ਸਾਰੇ ਸੰਕੇਤਕ ਐਲਾਨ ਨੇ। ਬੇਸ਼ੱਕ ਬੀਤੇ ਦਿਨੀ ਬਿਆਨ ਕੁਝ ਅਜਿਹੇ ਆਏ ਸੀਗੇ ਰਕੇਸ਼ ਟਕੈਤ ਹੋਣਾ ਤੇ ਜਿਸ ਤੋਂ ਬਾਅਦ ਕਈ ਕਿਸਾਨਾਂ ਦੇ ਵੱਲੋਂ ਆਪਣੀ ਫਸਲ ਆਪਣੇ ਹੱਥੀ ਨਸ਼ਟ ਕੀਤੀ ਗਈ ਹੈ। ਉਸ ਤੋਂ ਬਾਅਦ ਵੀ ਬਿਆਨ ਆਏ ਕਿ ਜੀ ਅਜਿਹਾ ਕੁਝ ਨਹੀਂ, ਬਿਲਕੁਲ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ। ਰਕੇਸ਼ ਟਕੈਤ ਦੇ ਕੁਝ ਅਜਿਹੇ ਬਿਆਨ ਨੇ ਜਿਹੜੇ ਉਹ ਸੰਕੇਤਕ ਤੌਰ ਦੇ ਉੱਤੇ ਦਿੰਦੇ ਨੇ ਕਿ ਅਜਿਹਾ ਕੁਝ ਅਸੀਂ ਕਰ ਸਕਦੇ ਹਾਂ। ਜਿਸ ਤਰ੍ਹਾਂ ਟਰੈਕਟਰ ਲੈ ਕੇ ਜਾਣ ਦੀ ਗੱਲ ਸੀ ਕਿ ਅਸੀਂ 10 ਲੱਖ ਟਰੈਕਟਰ 20 ਲੱਖ ਟਰੈਕਟਰ ਲੈ ਕੇ ਜਾਵਾਂਗੇ, ਇੱਕ ਸੰਕੇਤਕ ਬਿਆਨ ਨੇ। ਸੋ ਅਜਿਹੇ ਬਿਆਨਾਂ ਦੇ ਉੱਤੇ ਜੇਕਰ ਆਪਾਂ ਬਹੁਤ ਗਰਮ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਪ੍ਰਭਾਵ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਸਾਡੇ ਮੋਰਚੇ ਦੇ ਲਈ ਵੀ, ਕਿਸਾਨ ਮੋਰਚੇ ਦੇ ਲਈ ਵੀ ਇਹ ਗਲਤ ਹੋ ਸਕਦਾ ਹੈ ਤੇ ਸਾਡੇ ਆਮ ਲੋਕਾਂ ਦੇ ਲਈ ਵੀ ਇਹ ਕਿਤੇ ਨਾ ਕਿਤੇ ਗਲਤ ਹੋ ਸਕਦਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸੋਚ ਕੇ ਹੀ ਸਾਨੂੰ ਅੱਗੇ ਵਧਣਾ ਚਾਹੀਦਾ। ਬਿਲਕੁਲ ਆਪਣੀ ਫਸਲ ਤਬਾਹ ਕਰਨ ਦੀ ਜ਼ਰੂਰਤ ਨਹੀਂ, ਨਾ ਜ਼ਿੰਦਗੀ ਖਤਮ ਕਰਨ ਦੀ ਜ਼ਰੂਰਤ ਹੈ, ਨਾ ਫਸਲ ਤਬਾਹ ਕਰਨ ਦੀ ਜ਼ਰੂਰਤ ਹੈ ਜੀ। ਸੋ ਡੱਲਾ ਸਾਹਿਬ ਜਾਂਦੇ ਜਾਂਦੇ ਗੱਲ ਤੋਮਰ ਸਾਹਿਬ ਹੁਣਾਂ ਦੇ ਬਿਆਨ ਦੀ ਕਰ ਲਈਏ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਤੋਮਰ ਹੁਣਾਂ ਦਾ ਬਿਆਨ ਹੈ ਉਹ ਚਰਚਾ ਦੇ ਵਿੱਚ ਬਹੁਤ ਹੈ। ਮੈਂ ਕਹਾਂਗਾ ਕਿ ਟਿੱਪਣੀ ਉਸ ਦੇ ਉੱਤੇ ਵੀ ਜ਼ਰੂਰ ਦੇ ਜਿਓ ਜਾਂਦੇ ਜਾਂਦੇ। ਦੇਖੋ ਨਰਿੰਦਰ ਸਿੰਘ ਤੋਮਰ ਨੇ ਜਿਹੜੇ ਉਹ ਦਿੱਲੀ 'ਚ ਖੇਤੀ ਵਿਗਿਆਨ ਮੇਲਾ ਸੀ 2021 ਦਾ ਜੀ, ਉਹਦਾ ਜਿਹੜਾ ਉਦਘਾਟਨ ਕਰ ਰਹੇ ਸੀ, ਉਹਦੇ ਭਾਸ਼ਣ 'ਚ ਉਹਨਾਂ ਨੇ ਕਿਹਾ, ਉਦਘਾਟਨ ਵਾਲੇ 'ਚ ਉਹ ਕਹਿੰਦੇ, ਜਿਵੇਂ ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਅੱਜ ਦੇ ਸਮੇਂ ਕਿਸਾਨਾਂ ਨੂੰ ਮੰਡੀ 'ਚ ਫਸਲ ਵੇਚਣ ਲਈ ਮਜਬੂਰ ਹੋਣਾ ਪੈਂਦਾ ਤੇ ਨਿਲਾਮੀ 'ਚ ਜਿਹੜੀ ਬੋਲੀ ਲੱਗ ਜਾਂਦੀ ਹੈ ਉਸੇ ਭਾਅ ਤੇ ਫਸਲ ਵੇਚਣੀ ਪੈਂਦੀ ਹੈ। ਇਸ ਤੋਂ ਇਲਾਵਾ ਮੰਡੀ ਦਾ ਟੈਕਸ ਵੀ ਚੁਕਾਉਣਾ ਪੈਂਦਾ। ਉਹ ਕਹਿੰਦੇ ਵੀ ਹੁਣ ਕਿਸਾਨ ਮੰਡੀ 'ਚ ਜਾਣ ਜਾਂ ਨਹੀਂ, ਅਸੀਂ ਇੰਨੀ ਆਜ਼ਾਦੀ ਦਿੱਤੀ ਹੈ। ਉਹ ਕਹਿੰਦੇ ਹੁਣ ਕਿਸਾਨਾਂ ਲਈ ਜ਼ਰੂਰੀ ਨਹੀਂ ਕਿ ਉਹ ਮੰਡੀ 'ਚ ਜਾ ਕੇ ਵੇਚਣ, ਉਹ ਜਿੱਥੇ ਮਰਜ਼ੀ ਫਸਲ ਜਾ ਕੇ ਵੇਚ ਲੈਣ ਜੀ। ਹੁਣ ਦੋ ਗੱਲਾਂ ਤੋਮਰ ਸਾਹਿਬ ਨੇ ਕਹੀਆਂ। ਇੱਕ ਤਾਂ ਤੋਮਰ ਸਾਹਿਬ ਕਹਿੰਦੇ ਵੀ ਕਿਸਾਨਾਂ ਨੂੰ ਮੰਡੀ 'ਚ ਜਾ ਕੇ ਫਸਲ ਵੇਚਣੀ ਪੈਂਦੀ ਹੈ,
ਇਹਦਾ ਮਤਲਬ ਹੈ ਕਿ ਇੱਕ ਥਾਂ ਤਾਂ ਕਿਸਾਨਾਂ ਕੋਲੇ ਹੈਗੀ ਹੈ ਨਾ ਜਿੱਥੇ ਫਸਲ ਵਿਕਦੀ ਹੈ, ਉਹ ਹੈ ਮੰਡੀ, ਤੇ ਸਰਕਾਰ ਮੰਡੀ ਦੀ ਵਿਵਸਥਾ ਨੂੰ ਸੈੱਟ ਕਰ ਦੇ। ਤੋਮਰ ਸਾਹਿਬ ਕਹਿੰਦੇ ਵੀ ਉੱਥੇ ਨਿਲਾਮੀ ਹੁੰਦੀ ਹੈ ਤੇ ਕਿਸਾਨਾਂ ਨੂੰ ਮਜਬੂਰੀ 'ਚ ਫਸਲ ਵੇਚਣੀ ਪੈਂਦੀ ਹੈ ਬੋਲੀ 'ਚ ਜੀ, ਤੇ ਸਰਕਾਰ MSP ਲਾ ਦੇ, ਸਰਕਾਰ ਸਬਜ਼ੀਆਂ ਦੇ ਮੁੱਲ ਤੈਅ ਕਰ ਦੇ। ਮੈਂ ਕੱਲ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ, ਸਰਕਾਰ ਤੈਅ ਕਰ ਦੇ ਆਲੂ ਦਾ ਘੱਟੋ ਘੱਟ ਮੁੱਲ, ਕਿਸਾਨਾਂ ਤੋਂ ਖਰੀਦ ਮੁੱਲ ਤੈਅ ਕਰ ਦੇ। ਜੀ, ਹਾਂਜੀ, ਬਿਲਕੁਲ। FPP ਫਾਰਮਰ ਪਰਚੇਜ਼ ਪ੍ਰਾਈਸ ਇਹ ਫਿਕਸ ਕਰ ਦੇ ਸਰਕਾਰ। FPP ਬਿਲਕੁਲ ਸਰਕਾਰ ਬਣਾ ਦੇ ਵਿਵਸਥਾ, ਫਾਰਮਰ ਪਰਚੇਜ਼ ਪ੍ਰਾਈਸ, ਕਿ ਆਲੂ ਫਾਰਮਰ ਤੋਂ ਇਸ ਮੁੱਲ ਤੋਂ ਘੱਟ ਨਹੀਂ ਖਰੀਦਿਆ ਜਾ ਸਕਦਾ, ਪਿਆਜ਼ ਨਹੀਂ ਖਰੀਦਿਆ ਜਾ ਸਕਦਾ, ਦਾਲ ਨਹੀਂ ਖਰੀਦੀ ਜਾ ਸਕਦੀ। ਸਰਕਾਰ ਤੈਅ ਕਰ ਦੇ ਫਾਰਮਰ ਪਰਚੇਜ਼ ਪ੍ਰਾਈਸ, ਤੇ ਕਿਸਾਨ ਜਿੱਥੇ ਮਰਜ਼ੀ ਜਾ ਕੇ ਵੇਚਣਗੇ ਫਸਲ, ਕੀ ਦਿੱਕਤ ਹੈ ਜੀ? ਮੰਡੀ 'ਚ ਕੋਈ ਮਰਜ਼ੀ ਦੀ ਬੋਲੀ ਨਹੀਂ ਲਾ ਸਕੂਗਾ, ਸਭ ਨੂੰ ਪਤਾ ਹੈ। ਗ੍ਰੇਡਿੰਗ ਕਰਦੇ ਸਰਕਾਰ, FPP1 FPP2 ਫਾਰਮਰ ਪਰਚੇਜ਼ ਪ੍ਰਾਈਸ 1, ਮਤਲਬ ਕਿ ਜਿਹੜੀ ਬਿਲਕੁਲ ਸਾਫ਼ ਕੁਆਲਿਟੀ ਦੀ ਸਬਜ਼ੀ ਹੈ, ਜਿਹੜੀ ਮਾੜੀ ਜੀ ਕਮਜ਼ੋਰ ਹੈ ਗ੍ਰੇਡਿੰਗ 2, ਜਿਹੜੀ ਜ਼ਿਆਦਾ ਕਮਜ਼ੋਰ ਹੈ ਮੇਰੇ ਵਾਂਗ 3 ਨੰਬਰ ਕਰ ਦਿਓ ਗ੍ਰੇਡਿੰਗ 3 ਜੀ, ਜ਼ਿਆਦਾ ਹੀ ਕੋਈ ਕਮਜ਼ੋਰ ਹੈ ਆਲੂ। ਬਿਲਕੁਲ। ਸੋ ਇਹ ਵਿਵਸਥਾ ਸਰਕਾਰ ਬਣਾ ਦੇ ਤੇ ਫਿਰ ਕਿਸਾਨ ਨੂੰ ਕੋਈ ਦਿੱਕਤ ਹੀ ਨਹੀਂ। ਤੋਮਰ ਸਾਹਿਬ ਸਮੱਸਿਆ ਹੀ ਹੱਲ ਹੈ ਮੁਲਕ 'ਚ। ਸਰਕਾਰ ਕੀ ਕਰਨਾ ਚਾਹ ਰਹੀ? ਦੇਖੋ ਸਰਕਾਰ ਦੀ ਮਨਸ਼ਾ ਚੰਗੀ ਹੈ ਜੀ, ਸਰਕਾਰ ਚਾਹੁੰਦੀ ਹੈ ਵੀ ਕਿਸਾਨ ਰੁਲੇ ਨਾ। ਜੀ, ਕਿਸਾਨ ਕਹਿੰਦੇ ਵੀ ਕਿਸਾਨ ਮੰਡੀਆਂ 'ਚ ਰੁਲਦਾ, ਮੰਡੀਆਂ 'ਚ ਉਹਨੂੰ ਮੁੱਲ ਨਹੀਂ ਮਿਲਦਾ, ਤੇ ਅਸੀਂ ਉਹਨੂੰ ਵਿਵਸਥਾ ਦੇ ਦੀ ਵੀ ਜਿੱਥੇ ਮਰਜ਼ੀ ਜਾ ਕੇ ਫਸਲ ਦੇ ਵੇਚ ਲੈ। ਜੀ, ਹੁਣ ਮੈਂ ਹੈਰਾਨ ਇਸ ਗੱਲ ਤੋਂ ਹੁੰਦਾ ਵੀ ਮੰਡੀਆਂ 'ਚ ਤਾਂ ਫਸਲ ਵਿਕਦੀ ਨਹੀਂ, ਜਿਹੜੀ ਥਾਂ ਹੈ ਫਸਲ ਵੇਚਣ ਦੀ। ਹਾਂਜੀ, ਜੀ, ਜਿਹੜਾ ਵਿਅਕਤੀ ਗਗਨ ਗੁਸਲਖਾਨੇ 'ਚ ਨਹੀਂ ਨਹਾਊਗਾ, ਕੀ ਗਰੰਟੀ ਹੈ ਵੀ ਉਹ ਬਾਹਰ ਨਹਾਲੂਗਾ ਖੁੱਲੇ 'ਚ? ਬਿਲਕੁਲ। ਉਹ ਠੰਡ 'ਚ ਲਾ ਲਓ, ਜੇ ਕੋਈ ਵਿਅਕਤੀ ਠੰਡ 'ਚ ਗੁਸਲਖਾਨੇ 'ਚ ਨਹੀਂ ਨਹਾਉਂਦਾ, ਉਹ ਐਡੀ ਠੰਡ 'ਚ ਬਾਹਰ ਕਿੱਥੋਂ ਨਹਾ ਲੂ? ਬਿਲਕੁਲ। ਸੋ ਜਿਹੜੀ ਫਸਲ ਮੰਡੀ 'ਚ ਨਹੀਂ ਸਹੀ ਵਿਕ ਰਹੀ, ਉਹ ਮੰਡੀ ਦੇ ਬਾਹਰ ਕਿਵੇਂ ਵਿਕ ਜੂ? ਮੰਡੀ ਬਣਾਈ ਤਾਂ ਫਸਲ ਵੇਚਣ ਲਈ ਹੈ ਨਾ। ਬਿਲਕੁਲ। ਮਤਲਬ ਜਿਹੜਾ ਭਲਵਾਨ ਖੁਰਾਕ ਖਾ ਕੇ ਕੁਸ਼ਤੀ ਕਰਨ ਜੋਗਾ ਨਹੀਂ ਹੋਇਆ, ਉਹ ਭੁੱਖਾ ਰਹਿ ਕੇ ਕਿਵੇਂ ਹੋ ਜੂ? ਬਿਲਕੁਲ। ਇਹ ਤਾਂ ਉਹ ਗੱਲ ਹੋਈ ਨਾ। ਜੀ, ਹੁਣ ਜੇ ਮੰਡੀ 'ਚ ਫਸਲ ਨਹੀਂ ਵਿਕ ਰਹੀ ਤੇ ਉਹ ਸਰਕਾਰ ਵਿਵਸਥਾ ਦਰੁਸਤ ਕਰ ਦੇ, ਤੇ ਜੇ ਮੰਡੀ 'ਚ ਫਸਲ ਵਿਕਣ ਲੱਗ ਗਈ, ਮੁੱਲ ਤੈਅ ਹੋ ਗਿਆ ਹਰ ਫਸਲ ਦਾ, ਤੇ ਫਿਰ ਕਿਸਾਨ ਉਹਨੂੰ ਮੰਡੀ 'ਚ ਜ਼ਰੂਰੀ ਵੇਚਣੀ। ਅਗਲਾ ਕਹਿੰਦਾ ਮੇਰਾ ਮੁੱਲ ਤੈਅ ਹੈ, ਅਗਰ ਬਾਹਰ ਵੀ ਕੋਈ ਰਸਤੇ 'ਚ ਰੋਕ ਕੇ ਖਰੀਦਣੀ ਚਾਹੁੰਦਾ ਤੇ ਕਿਸਾਨ ਵੇਚ ਦੂਗਾ। ਜੀ, ਸੋ ਸਰਕਾਰ ਦੇ ਔਰ ਕਿਸਾਨਾਂ 'ਚ ਮਤਭੇਦ ਇਸੇ ਗੱਲ ਦਾ। ਸਰਕਾਰ ਕਹਿੰਦੀ ਅਸੀਂ ਬਿਲਕੁਲ ਸਹੀ ਬਣਾਇਆ, ਮੰਨ ਲਿਆ ਵੀ ਸਰਕਾਰ ਨੇ ਬਹੁਤ ਕੁਝ ਸਹੀ ਬਣਾਇਆ, ਪਰ ਸਰਕਾਰ ਮੰਡੀ ਦੀ ਵਿਵਸਥਾ ਨੂੰ ਚੰਗਾ ਬਣਾ ਦੇ, MSP ਲਾ ਕੇ, ਫਾਰਮਰ ਪਰਚੇਜ਼ ਪ੍ਰਾਈਸ। ਜੀ, ਮੁਲਕ 'ਚ ਦੇਖੋ, ਅਸੀਂ ਸੋਨੇ ਵਾਲੇ ਨੇ ਨਾ ਜਿਹੜੇ, ਉਹ ਸੋਨੇ ਦਾ ਮੁੱਲ ਤੈਅ ਕਰ ਦਿੰਦੇ ਨੇ ਵੀ ਅੱਜ ਸੋਨੇ ਦਾ ਭਾਅ ਆ ਹੈ। ਜੀ, ਆਲੂ ਦਾ ਭਾਅ ਨਹੀਂ ਤੈਅ ਹੁੰਦਾ ਮੁਲਕ 'ਚ। ਆਂਡੇ ਦਾ ਵੀ ਤੈਅ ਹੋ ਜਾਂਦਾ, ਦੇਖੋ ਕੁਕੜੀ ਆਂਡਾ ਦਿੰਦੀ ਜਿਹੜਾ, ਜੀ, ਉਹਦਾ ਵੀ ਮੁੱਲ ਤੈਅ ਹੁੰਦਾ ਵੀ ਅੱਜ ਆਂਡਿਆਂ ਦਾ ਭਾਅ। ਆਲੂ ਦਾ ਭਾਅ, ਪਿਆਜ਼ ਦਾ ਭਾਅ, ਇਹ ਤੈਅ ਹੀ ਨਹੀਂ। ਹਰ ਚੀਜ਼ ਦਾ ਮੁੱਲ ਤੈਅ ਹੈ। ਪੈਟਰੋਲ ਦਾ ਮੁੱਲ ਤੈਅ ਹੈ, ਦੇਖੋ ਬਿਲਕੁਲ। ਸਵੇਰੇ ਹੋਰ ਸ਼ਾਮ ਨੂੰ ਹੋਰ ਵਧੀ ਜਾਂਦਾ। ਹੁਣ ਤਾਂ ਗੈਸ ਸਿਲੰਡਰ ਦਾ ਤੈਅ ਹੈ, ਹਰ ਚੀਜ਼ ਦਾ ਮੁੱਲ ਤੈਅ ਹੈ। ਜੀ, ਤੇ ਸਰਕਾਰ ਅਗਰ ਸਬਜ਼ੀਆਂ ਦੇ ਫਾਰਮਰ ਪਰਚੇਜ਼ ਪ੍ਰਾਈਸ ਬਣਾ ਦੇ, ਵੀ ਕੁਇੰਟਲ ਆਲੂ ਹੈ ਜਿਹੜਾ ਪ੍ਰਤੀ ਕਿਲੋ ਦਾ ਮੁੱਲ ਲਾ ਦੇ, ਚਾਹੇ ਜੀ, ਵੀ 5 ਰੁਪਏ ਕਿਲੋ ਤੋਂ ਘੱਟ ਆਲੂ ਨਹੀਂ ਚੱਕੇ ਜਾਣਗੇ। 1 ਨੰਬਰ ਦੇ ਆਲੂ ਦਾ 5, ਜੇ ਕਮਜ਼ੋਰ ਹੈ 3 ਲਾ ਦਿਓ, ਜੇ ਬਹੁਤਾ ਕਮਜ਼ੋਰ ਹੈ ਜਿਵੇਂ ਮੈਂ ਪਹਿਲਾਂ ਕਿਹਾ 1.5 ਰੁਪਏ ਕਿਲੋ ਲਾ ਦਿਓ। ਬਿਲਕੁਲ। ਇਹ ਸੰਕੇਤਕ ਗੱਲ ਕਰ ਰਹੇ ਹਾਂ, ਇਹ ਤਾਂ ਖੇਤੀਬਾੜੀ ਵਾਲੇ ਐਕਸਪਰਟ ਮੁੱਲ ਤੈਅ ਕਰਨਗੇ। ਸੋ ਅਗਰ ਫਾਰਮਰ ਦੀ ਜਿੰਸ ਚੱਕਣ ਲਈ ਅਸੀਂ ਭਾਅ ਤੈਅ ਕਰ ਦਈਏ, ਤੇ ਫਿਰ ਚਾਹੇ ਕੋਈ ਪ੍ਰਾਈਵੇਟ ਆੜ੍ਹਤੀਆ ਫਸਲ ਚੱਕਦਾ, ਚਾਹੇ ਕੋਈ ਵੱਡੀ ਕੰਪਨੀ ਚੱਕਦੀ ਹੈ, ਜੀ, ਫਿਰ ਕਿਸਾਨ ਨੂੰ ਕੀ ਦਿੱਕਤ ਹੈ ਜਦੋਂ ਮੁੱਲ ਹੀ ਤੈਅ ਕਰਤਾ ਸਰਕਾਰ ਨੇ? ਕਿਸਾਨਾਂ ਦੀ ਮੰਗ ਇਹ ਹੈ, ਔਰ ਅਗਰ ਸਰਕਾਰ ਇਸ ਵਿਵਸਥਾ 'ਚ ਆ ਜੇ ਤੇ ਸਰਕਾਰ ਦਾ ਵੀ ਫਾਇਦਾ ਹੈ। ਜੀ, ਸਰਕਾਰ ਨੇ ਕਿਹੜਾ ਆਪ ਚੱਕਣਾ ਸਮਾਨ? ਦੇਖੋ ਹੁਣ ਸਰਕਾਰ, ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਹੁਣ ਕਣਕ ਹੈ ਜਾਂ ਝੋਨਾ ਹੈ, ਸਰਕਾਰ ਨੇ 1925-75 ਕੁਛ ਇੰਨਾ ਰੇਟ ਲਾਤਾ, ਜੀ, ਸਰਕਾਰ ਚੱਕਦੀ ਇੰਨੇ 'ਚ। ਪ੍ਰਾਈਵੇਟ ਲੋਕ ਹਜੇ ਵੀ ਕੋਈ 1100 ਚੱਕ ਲੈਂਦਾ, ਕੋਈ 1000 'ਚ ਚੱਕ ਲੈਂਦਾ ਯੂਪੀ ਬਿਹਾਰ 'ਚ। ਸਰਕਾਰ ਇਸ ਪਾਸੇ ਨੂੰ ਆਪਣੇ ਪ੍ਰਬੰਧ ਨੂੰ ਮਜ਼ਬੂਤ ਕਰ ਲੇ ਤੇ ਮੈਨੂੰ ਲੱਗਦਾ ਕਿਸਾਨਾਂ ਦਾ ਜ਼ਿਆਦਾ ਭਲਾ ਕਰੂਗੀ। ਸਰਕਾਰ ਨੂੰ ਇਹ ਲੱਗ ਰਿਹਾ ਵੀ ਜਿਹੜੇ ਅਸੀਂ ਕਾਨੂੰਨ ਬਣਾਏ ਨੇ, ਇਹਨਾਂ ਕਾਨੂੰਨਾਂ ਨਾਲ ਕਿਸਾਨਾਂ ਦਾ ਭਲਾ ਹੋਣਾ। ਇਹ ਮਤਭੇਦ ਹੈ। ਕਿਸਾਨ ਕਹਿੰਦੇ ਇਕੱਲੇ ਇਹਨਾਂ ਕਾਨੂੰਨਾਂ ਨਾਲ ਸਾਡਾ ਭਲਾ ਨਹੀਂ ਹੋਣਾ, ਸਾਡੀਆਂ ਆਹ ਮੰਗਾਂ ਵੀ ਮੰਨੋ, ਸਾਡਾ ਤਾਂ ਭਲਾ ਹੋਊ। ਹੁਣ ਸਰਕਾਰ ਤੇ ਕਿਸਾਨ ਆਪਸ 'ਚ ਤੈਅ ਕਰ ਲੈਣ ਬੈਠ ਕੇ, ਜੇ ਕਿਸਾਨਾਂ ਦਾ ਭਲਾ ਹੋਊਗਾ ਸਰਕਾਰ ਦਾ ਆਪ ਹੀ ਹੋ ਜਾਣਾ। ਬਿਲਕੁਲ। ਸੋ ਇਹ ਮਿਲ ਜੁਲ ਕੇ ਇਹਦੇ ਤੇ ਵਿਚਾਰ ਵਟਾਂਦਰਾ ਕਰਨ ਦੀ ਜ਼ਰੂਰਤ ਹੈ ਕਾਫੀ। ਜੀ,
ਬਿਲਕੁਲ। ਸੋ ਉਮੀਦ ਇਸੇ ਤੇ ਉੱਤੇ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਵੇ, ਕਿਉਂਕਿ ਮੌਸਮ ਬਹੁਤ ਵੱਡੇ ਪੱਧਰ ਦੇ ਉੱਤੇ ਹੁਣ ਆਪਣੀ ਵਿੱਚ ਬਦਲਾਅ ਲਿਆ ਚੁੱਕਿਆ। ਗਰਮੀ ਬਹੁਤ ਜ਼ਿਆਦਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਣੀ ਹੈ। ਸੋ ਇਸ ਨੂੰ ਲੈ ਕੇ ਮੌਸਮ ਵਿਭਾਗ ਵੀ ਕਹਿ ਚੁੱਕਿਆ ਕਿ ਜਿਹੜੀ ਇਸ ਵਾਰ ਗਰਮੀ ਹੈ ਜਿਹੜੀ ਪਹਿਲਾਂ ਨਾਲੋਂ ਜ਼ਿਆਦਾ ਹੋ ਸਕਦੀ ਹੈ ਪਿਛਲੇ ਸਾਲਾਂ ਨਾਲੋਂ। ਕਣਕ ਪਹਿਲਾਂ ਪੱਕ ਸਕਦੀ। ਬਿਲਕੁਲ। ਸੋ ਇਸ ਦੇ ਵੱਲ ਵੀ ਧਿਆਨ ਕਿਤੇ ਨਾ ਕਿਤੇ ਸਰਕਾਰਾਂ ਜ਼ਰੂਰ ਦੇਣ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਸਰਦੀ ਦੇ ਵਿੱਚ ਪੂਰੀ ਦੇ ਵਿੱਚ ਕਿਸਾਨਾਂ ਨੇ ਕੱਟੇ ਨੇ, ਜੇ ਅਜਿਹਾ ਕੁਝ ਗਰਮੀ ਦੇ ਵਿੱਚ ਵੇਖਣ ਨੂੰ ਮਿਲਦਾ ਤਾਂ ਬਹੁਤ ਵੱਡਾ ਨੁਕਸਾਨ ਸਾਡੇ ਮੁਲਕ ਦਾ ਹੋਣਾ। ਸੋ ਉਮੀਦ ਕਰਾਂਗੇ ਕਿ ਸਰਕਾਰਾਂ ਅਤੇ ਕਿਸਾਨ ਦੋਹੇ ਆਪਸ ਦੇ ਵਿੱਚ ਬੈਠ ਕੇ ਵਿਚਾਰ ਕਰਨ ਅਤੇ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਨਿਕਲੇ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਬਹੁਤ